ਸਤਿ ਸ਼੍ਰੀ ਅਕਾਲ ਦੋਸਤੋ, ਮਾਨਸਾਪੁਰ ਜੀ ਕੇ ਚੈਨਲ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਆਪਾਂ ਪੋਲਿਟੀ ਦੀ ਜੋ ਮੌਕ ਟੈਸਟ ਸੀਰੀਜ਼ ਸਟਾਰਟ ਕੀਤੀ ਹੋਈ ਹੈ ਉਹਦਾ ਫਰਦਰ ਅੱਗੇ ਅਗਲਾ ਸੈਸ਼ਨ ਹੈ ਜਿਹੜਾ ਉਹ ਕੰਟੀਨਿਊ ਕਰਾਂਗੇ। ਤਾਂ ਜਿਨ੍ਹਾਂ ਬੱਚਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਸ਼ੇਅਰ ਕਰਿਓ, ਸਪੋਰਟ ਕਰਿਓ। ਤਾਂ ਬੇਸਿਕਲੀ ਮੈਂ ਇਹ ਜੋ ਵੀਡੀਓਜ਼ ਅਪਲੋਡ ਕਰਦਾ ਇਹਦੇ ਵਿੱਚ ਬੇਸਿਕਲੀ ਕੁਐਸਚਨਸ ਨਹੀਂ ਹੁੰਦੇ ਹੈਗੇ। ਕੁਐਸਚਨਸ ਦੇ ਨਾਲ ਜੋ ਹੋਰ ਇਨਫੋਰਮੇਸ਼ਨ ਹੁੰਦੀ ਹੈ ਤਾਂ ਮੈਂ ਉਹਦੇ ਉੱਤੇ ਜ਼ਿਆਦਾ ਫੋਕਸ ਕਰਦਾ ਤਾਂ ਜੋ ਤੁਹਾਡੀ ਰਿਵੀਜ਼ਨ ਹੈ ਜਿਹੜੀ ਉਹ ਦੁਬਾਰਾ ਹੁੰਦੀ ਰਹੇ। ਤਾਂ ਚੱਲਦੇ ਹਾਂ ਪਹਿਲੇ ਕੁਐਸਚਨ ਦੇ ਵੱਲ। ਪ੍ਰੈਂਬਲ ਹੈਜ਼ ਬੀਨ ਅਮੈਂਡਡ ਸੋ ਫਾਰ, ਕਹਿੰਦੇ ਪ੍ਰਸਤਾਵਨਾ, ਪੰਜਾਬੀ ਦੇ ਵਿੱਚ ਪ੍ਰਸਤਾਵਨਾ ਕਹਿੰਦੇ ਜੀ ਪ੍ਰੈਂਬਲ ਨੂੰ, ਕਹਿੰਦੇ ਹੁਣ ਤੱਕ ਕਿੰਨੇ ਵਾਰ ਸੋਧਿਆ ਜਾ ਚੁੱਕਿਆ ਹੈ। ਤਾਂ ਇਹਦਾ ਜਿਹੜਾ ਪਹਿਲਾ ਆਪਾਂ ਆਨਸਰ ਲੈ ਲੈਂਦੇ ਉਹ ਕੀ ਹੈ ਜੀ, ਸਿਰਫ ਤੇ ਸਿਰਫ ਇੱਕ ਵਾਰ ਸੋਧ ਹੋਈ ਹੈ ਜੀ, ਓਨਲੀ ਵੰਸ। ਇਹਦਾ ਜਿਹੜਾ ਜਵਾਬ ਆਊਗਾ ਡੀ ਆਪਸ਼ਨ, ਪ੍ਰੈਂਬਲ ਹੈ ਜਿਹੜਾ ਸਿਰਫ ਤੇ ਸਿਰਫ ਇੱਕ ਵਾਰ ਹੈ ਜਿਹੜਾ ਉਹ ਸੋਧਿਆ ਗਿਆ ਜੀ। ਤਾਂ ਕਿਹੜੀ ਅਮੈਂਡਮੈਂਟ ਦੇ ਤਹਿਤ ਸੋਧਿਆ ਗਿਆ ਜੀ, 42ਵੀਂ ਅਮੈਂਡਮੈਂਟ। ਠੀਕ ਹੈ, ਕਦੋਂ 1976 ਨੂੰ ਸੋਧਿਆ ਗਿਆ ਜੀ। ਠੀਕ ਹੈ, ਇਹਦੇ ਰਾਹੀਂ 3 ਵਰਡਸ ਸੀਗੇ ਜਿਹੜੇ ਉਹ ਐਡ ਕੀਤੇ ਗਏ ਸੀ। ਪੇਪਰ ਦੇ ਵਿੱਚ ਪੁੱਛ ਲੈਂਦੇ ਆ ਕਿਹੜੇ ਵਰਡਸ ਆ ਜਿਹੜੇ ਉਹ ਐਡ ਕੀਤੇ ਗਏ। ਸੋਸ਼ਲਿਸਟ ਕੀਤਾ ਗਿਆ ਜੀ, ਠੀਕ ਹੈ, ਸੈਕੂਲਰ ਕੀਤਾ ਗਿਆ ਅਤੇ ਇੰਟੈਗਰਿਟੀ ਕੀਤਾ ਗਿਆ। ਠੀਕ ਹੈ ਜੀ, ਇੰਪੋਰਟੈਂਟ ਹੈ, ਯਾਦ ਰੱਖਿਓ। ਸੋਸ਼ਲਿਸਟ, ਸੈਕੂਲਰ ਅਤੇ ਇੰਟੈਗਰਿਟੀ। ਠੀਕ ਹੈ ਜੀ। ਪ੍ਰੈਂਬਲ ਬੇਸਿਕਲੀ ਜਿਹੜਾ ਡਿਜ਼ਾਈਨ ਕੀਤਾ ਉਹ ਪੇਪਰ ਦੇ ਵਿੱਚ ਪੁੱਛ ਲੈਂਦੇ ਕਿਹਨੇ ਕੀਤਾ ਜੀ, ਰਾਮ ਮਨੋਹਰ ਸਿਨਹਾ ਨੇ। ਠੀਕ ਹੈ ਜੀ, ਯਾਦ ਰੱਖਿਓ, ਰਾਮ ਮਨੋਹਰ ਸਿਨਹਾ। ਪ੍ਰੈਂਬਲ ਤੋਂ ਇਹ ਕੀ ਹੈ ਜੀ, ਪ੍ਰੈਂਬਲ ਬਾਰੇ ਤੁਹਾਨੂੰ ਮੈਂ ਥੋੜ੍ਹਾ ਜਿਹਾ ਹੋਰ ਦੱਸ ਦਿੰਦਾ ਗਾ ਕਿ ਇਹ ਪ੍ਰਫੇਸ ਆਫ ਦਾ ਕੌਨਸਟੀਟਿਊਸ਼ਨ ਹੈ ਜੀ। ਪੇਪਰ 'ਚ ਪੁੱਛ ਲੈਂਦੇ ਆ ਕਿ ਕੌਨਸਟੀਟਿਊਸ਼ਨ ਦਾ ਪ੍ਰਫੇਸ ਹੈ ਜਿਹੜਾ ਉਹ ਕਿਹਨੂੰ ਆਖਿਆ ਜਾਂਦਾ ਜੀ, ਤਾਂ ਉਹ ਕਿਹਨੂੰ ਆਖਿਆ ਜਾਂਦਾ ਗਾ, ਪ੍ਰੈਂਬਲ ਨੂੰ ਆਖਿਆ ਜਾਂਦਾ ਹੈ। ਠੀਕ ਹੈ ਜੀ, ਹੋਰ ਯਾਦ ਰੱਖ ਸਕਦੇ ਹੋ ਪ੍ਰੈਂਬਲ ਦੇ ਵਿੱਚ ਲਿਖਿਆ ਕੀ ਹੋਇਆ ਹੈ ਜੀ, ਵੀ ਦਾ ਪੀਪਲ ਆਫ ਇੰਡੀਆ ਹੈਵਿੰਗ ਸੋਲਮਨਲੀ ਰਿਜ਼ੋਲਵਡ ਆਵਰ ਕੌਨਸਟੀਟਿਊਸ਼ਨ। ਸੋਵਰਨ ਪਹਿਲਾਂ ਲਿਖਿਆ ਹੋਇਆ ਜੀ, ਫਿਰ ਸੋਸ਼ਲਿਸਟ ਲਿਖਿਆ ਹੋਇਆ ਜੀ, ਫਿਰ ਸੈਕੂਲਰ ਲਿਖਿਆ ਹੋਇਆ ਜੀ, ਫਿਰ ਡੈਮੋਕ੍ਰੇਟਿਕ ਲਿਖਿਆ ਹੋਇਆ ਜੀ, ਫਿਰ ਰਿਪਬਲਿਕ ਐਂਡ ਸਿਕਿਉਰ ਆਲ ਇਟਸ ਸਿਟੀਜ਼ਨ ਦੇ ਮਤਲਬ ਬੇਸਿਕਲੀ ਲੈਂਗੁਏਜ ਲਿਖੀ ਹੋਈ ਹੈ। ਠੀਕ ਹੈ ਜੀ, ਤਾਂ 42ਵੀਂ ਅਮੈਂਡਮੈਂਟ 1976 ਦੇ ਰਾਹੀਂ ਇਹਨੂੰ ਸੋਧਿਆ ਗਿਆ ਜੀ। 42ਵੀਂ ਜਿਹੜੀ ਸੋਧ ਹੈ ਪੇਪਰ 'ਚ ਪੁੱਛ ਲੈਂਦੇ ਇਹਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਜੀ, ਮਿੰਨੀ ਕੌਨਸਟੀਟਿਊਸ਼ਨ ਵੀ ਕਿਹਾ ਜਾਂਦਾ ਹੈ। ਪੇਪਰ 'ਚ ਪੁੱਛ ਲੈਂਦੇ ਆ ਮਿੰਨੀ ਕੌਨਸਟੀਟਿਊਸ਼ਨ ਕਿਹਨੂੰ ਕਿਹਾ ਜਾਂਦਾ ਜੀ, ਮਿੰਨੀ ਛੋਟਾ ਸੰਵਿਧਾਨ। ਤਾਂ ਉਹ ਕਿਹਾ ਜਾਂਦਾ ਜੀ 42ਵੀਂ ਸੋਧ ਨੂੰ, ਜਿਹੜੀ ਕਿ ਕਦੋਂ ਹੋਈ ਹੈ ਜੀ 1976 ਦੇ ਵਿੱਚ। ਠੀਕ ਹੈ ਜੀ, ਪ੍ਰੈਂਬਲ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਜੀ, ਅਬਜੈਕਟਿਵ ਰੈਜ਼ੋਲਿਊਸ਼ਨ ਵੀ ਕਹਿ ਦਿੰਦੇ ਨੇ, ਅਬਜੈਕਟਿਵ ਰੈਜ਼ੋਲਿਊਸ਼ਨ ਵੀ ਕਹਿ ਦਿੰਦੇ ਨੇ। ਠੀਕ ਹੈ ਜੀ, ਯਾਦ ਰੱਖਿਓ। ਠੀਕ ਹੈ, ਹੋਰ ਮੈਂ ਤੁਹਾਨੂੰ ਕੀ ਦੱਸ ਸਕਦਾ ਪ੍ਰੈਂਬਲ ਦੇ ਬਾਰੇ, ਦੇਖੋ ਪ੍ਰੈਂਬਲ ਦੇ ਵਿੱਚ ਵਰਡਸ ਲਿਖੇ ਹੋਏ ਨੇ ਜੀ ਕਿਹੜੇ, ਲਿਬਰਟੀ, ਇਕੁਐਲਿਟੀ ਅਤੇ ਫਰਟੇਨਿਟੀ। ਠੀਕ ਹੈ, ਜਿਹੜੇ ਇਹ 3 ਵਰਡਸ ਨੇ ਲਿਬਰਟੀ, ਇਕੁਐਲਿਟੀ ਅਤੇ ਫਰਟੇਨਿਟੀ, ਇਹ ਆਪਾਂ ਕਿਹਤੋਂ ਲਏ ਆ ਜੀ, ਇਹ ਲਏ ਆ ਫਰੈਂਚ ਰੈਵੋਲਿਊਸ਼ਨ ਤੋਂ, ਫਰਾਂਸ ਦੀ ਕ੍ਰਾਂਤੀ ਤੋਂ, ਜਿਹੜੀ ਕਿ ਕਦੋਂ ਤੋਂ ਕਦੋਂ ਤੱਕ ਸੀਗੀ ਜੀ, 1799 ਤੋਂ ਲੈ ਕੇ 1799 ਤੱਕ। ਯਾਦ ਰੱਖਿਓ, ਪੇਪਰ 'ਚ ਡਾਇਰੈਕਟ ਆ ਜਾਂਦਾ ਹੈ ਕਿ ਫਰੈਂਚ ਰੈਵੋਲਿਊਸ਼ਨਸ ਤੋਂ ਕਿਹੜੇ ਜਿਹੜੇ ਵਰਡਸ ਨੇ ਉਹ ਲਏ ਨੇ, ਸ਼ਬਦ ਨੇ ਜਿਹੜੇ ਉਹ ਲਏ ਨੇ, ਲਿਬਰਟੀ, ਇਕੁਐਲਿਟੀ ਅਤੇ ਫਰਟੇਨਿਟੀ। ਠੀਕ ਹੈ, ਹੋਰ ਜਿਹੜੇ ਵਰਡਸ ਨੇ ਜਸਟਿਸ, ਸੋਸ਼ਲ, ਇਕਨੋਮਿਕ ਅਤੇ ਪੋਲੀਟੀਕਲ, ਜਿਹੜੇ ਇਹ 4 ਵਰਡਸ ਨੇ ਇਹ ਕੀ ਤੋਂ ਲਏ ਨੇ ਜੀ, ਇਹ ਲਏ ਨੇ ਰਸ਼ੀਆ ਦੀ ਕ੍ਰਾਂਤੀ ਤੋਂ, ਰਸ਼ੀਅਨ ਰੈਵੋਲਿਊਸ਼ਨ ਤੋਂ। ਯਾਦ ਰੱਖਿਓ, ਜਿਹੜੀ ਕਿ ਕਦੋਂ ਆਈ ਜੀ 1917 ਦੇ ਵਿੱਚ। ਪ੍ਰੈਂਬਲ ਦੇ ਬਾਰੇ ਕੁਛ ਕੁ ਕਥਨ ਦਿੱਤੇ ਨੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਇੰਗਲਿਸ਼ ਦੇ ਵਿੱਚ ਕੁਏਟਸ, ਮਤਲਬ ਆਪਦੀਆਂ ਭਾਵਨਾਵਾਂ ਵਿਅਕਤ ਕੀਤੀਆਂ। ਤਾਂ 2 ਬੰਦਿਆਂ ਨੇ ਉਹ ਤੁਸੀਂ ਯਾਦ ਰੱਖਣੀਆਂ ਜੀ, ਠਾਕਰ ਦਾਸ ਭਾਰਗਵ, ਇਹ ਬੰਦੇ ਦਾ ਨਾਮ ਹੈ ਜੀ, ਯਾਦ ਰੱਖੋਗੇ। ਅਤੇ ਇੱਕ ਸੀਗਾ ਜੀ ਠਾਕਰ ਦਾਸ ਭਾਰਗਵ ਨੇ ਕੀ ਕਿਹਾ ਸੀ ਪ੍ਰੈਂਬਲ ਦੇ ਬਾਰੇ ਜੀ, ਕਿ ਇਹ ਸੋਲ ਹੈ ਜੀ। ਠੀਕ ਹੈ, ਕਿਹਦਾ, ਕੌਨਸਟੀਟਿਊਸ਼ਨ ਦਾ। ਠੀਕ ਹੈ ਜੀ, ਤਾਂ ਗੱਲ ਪੇਪਰ ਦੇ ਵਿੱਚ ਸਿੱਧਾ ਪੁੱਛ ਲੂਗਾ ਕਿ ਠਾਕਰ ਦਾਸ ਭਾਰਗਵ ਨੇ ਪ੍ਰੈਂਬਲ ਦੇ ਬਾਰੇ ਕੀ ਕੁਏਟਸ ਦਿੱਤੇ, ਕਥਨ ਦਿੱਤੇ ਜੀ, ਸੋਲ ਆਫ ਕੌਨਸਟੀਟਿਊਸ਼ਨ। ਠੀਕ ਹੈ, ਇੱਕ N.A. ਪਾਲਕੀਆਂ ਵਾਲਾ, ਇਹ ਯਾਦ ਰੱਖਣਾ ਤੁਸੀਂ, ਇਹ ਪੇਪਰ 'ਚ ਪੁੱਛ ਲੈਂਦੇ ਆ ਬੱਚਿਓ, ਕਿਤੇ ਇਹਨੂੰ ਈਜ਼ੀ ਨਾ ਲਿਓ। ਠੀਕ ਹੈ, N.A. ਪਾਲਕੀਆਂ ਵਾਲੇ ਨੇ ਪ੍ਰੈਂਬਲ ਦੇ ਬਾਰੇ ਕੀ ਕਿਹਾ ਸੀਗਾ ਜੀ, ਆਇਡੈਂਟੀਟੀ ਕਾਰਡ ਆਫ ਕੌਨਸਟੀਟਿਊਸ਼ਨ, ਕਿ ਆਇਡੈਂਟੀਟੀ ਕਾਰਡ ਆਫ ਕੌਨਸਟੀਟਿਊਸ਼ਨ ਹੈ ਜੀ ਕੀ, ਪ੍ਰੈਂਬਲ। ਠੀਕ ਹੈ ਜੀ, ਤਾਂ ਇੰਨੀ ਕੁ ਇਨਫੋਰਮੇਸ਼ਨ ਤੁਸੀਂ ਪ੍ਰੈਂਬਲ ਦੇ ਬਾਰੇ ਜਿਹੜੀ ਉਹ ਯਾਦ ਰੱਖਣੀ ਹੈ। ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਕੇਸ਼ਵ ਨੰਦਾ ਭਾਰਤੀ ਕੇਸ ਇਨ ਈਅਰ, ਕੇਸ਼ਵ ਨੰਦਾ ਭਾਰਤੀ ਕੇਸ ਹੋਇਆ ਸੀਗਾ ਜੀ ਪ੍ਰੈਂਬਲ ਦੇ ਉੱਤੇ। ਠੀਕ ਹੈ ਜੀ,
ਤਾਂ ਯਾਦ ਰੱਖੋਗੇ पेपर ਦੇ ਵਿੱਚ ਰਿਪੀਟ ਵੱਜਦਾ ਹੀ ਵੱਜਦਾ ਹੈ। ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਜੀ ਉਹ ਹੈਗਾ 1973 ਦੇ ਵਿੱਚ ਹੋਇਆ ਸੀ। ਠੀਕ ਹੈ ਜੀ। ਤਾਂ ਦੋ ਕੇਸ ਆ ਜਿਹੜੇ ਉਹ ਤੁਸੀਂ ਯਾਦ ਰੱਖਣੇ ਹੈ ਜੀ, ਇੱਕ ਬੈਰੂਬਰੀ ਕੇਸ, ਠੀਕ ਹੈ, ਇੱਕ ਯਾਦ ਰੱਖਣਾ ਹੈ ਜੀ ਕੇਸ਼ਵ ਨੰਦਾ ਭਾਰਤੀ ਕੇਸ। ਠੀਕ ਹੈ, ਜਿਹੜਾ ਕਦੋਂ ਹੋਇਆ ਜੀ 1973, ਜਿਹੜਾ ਕਿ ਆਪਣਾ ਕੁਐਸਚਨ ਹੈ। ਬੈਰੂਬਰੀ ਕੇਸ ਕਦੋਂ ਹੋਇਆ ਜੀ 1960 ਦੇ ਵਿੱਚ। ਠੀਕ ਹੈ, ਇਹ ਗੱਲ ਯਾਦ ਰੱਖਣੀ ਤੁਸੀਂ। ਬੈਰੂਬਰੀ ਕੇਸ ਦੇ ਵਿੱਚ ਕੀ ਕਹਿੰਦਾ ਸੀ ਇਹ ਕੇਸ, ਠੀਕ ਹੈ ਜੀ, ਕਿ ਜਿਹੜਾ ਪ੍ਰੈਂਬਲ ਹੈ ਇਹ ਕੌਂਸਟੀਟਿਊਸ਼ਨ ਦਾ ਹਿੱਸਾ ਨਹੀਂ ਹੈਗਾ ਅਤੇ ਇਹਨੂੰ ਸੋਧਿਆ ਨਹੀਂ ਜਾ ਸਕਦਾ। ਇੰਗਲਿਸ਼ 'ਚ ਗੱਲ ਕਰਾਂ ਤਾਂ ਪ੍ਰੈਂਬਲ ਇਜ਼ ਨੋਟ ਦਾ ਪਾਰਟ ਆਫ ਕੌਂਸਟੀਟਿਊਸ਼ਨ ਐਂਡ ਇਟ ਕੈਨ ਨੋਟ ਬੀ ਅਮੈਂਡੇਬਲ। ਠੀਕ ਹੈ, ਕੇਸ਼ਵਨੰਦਾ ਭਾਰਤੀ ਕੇਸ ਕੀ ਕਹਿੰਦਾ ਸੀਗਾ ਜੀ ਕਿ ਪ੍ਰੈਂਬਲ ਇਜ਼ ਦਾ ਪਾਰਟ ਆਫ ਕੌਂਸਟੀਟਿਊਸ਼ਨ ਐਂਡ ਇਟ ਕੈਨ ਬੀ ਅਮੈਂਡੇਬਲ। ਪਰ ਇਹਦੇ ਵਿੱਚ ਕੀ ਹੈ ਜੀ ਵੀ ਮਤਲਬ ਬੇਸਿਕ ਸਟਰਕਚਰ ਹੈ ਜਿਹੜੀ ਉਹਦੇ ਉੱਤੇ ਮਤਲਬ ਕੋਈ ਵੀ ਉਹਦੀ ਛੇੜਛਾੜ ਨਹੀਂ ਹੋਊਗੀ। ਠੀਕ ਹੈ ਜੀ ਗੱਲ। ਤਾਂ ਇਹ ਕਹਿੰਦਾ ਸੀਗਾ ਕੇਸ਼ਵਨੰਦਾ ਭਾਰਤੀ ਕੇਸ। ਠੀਕ ਹੈ ਜੀ। ਤਾਂ ਮਤਲਬ ਸਾਰਿਆਂ ਨਾਲੋਂ ਵੱਡਾ ਕੇਸ ਸੀਗਾ ਜੀ, 13 ਮੈਂਬਰੀ ਬੈਂਚ ਸੀਗਾ ਜਿਹੜਾ ਇਹਦੇ ਵਿੱਚ ਕੀ ਸੀਗਾ ਬੈਠਿਆ ਸੀਗਾ। ਇਹ ਵੀ ਗੱਲ ਤੁਸੀਂ ਯਾਦ ਰੱਖਣੀ ਹੈ। ਆਪਸ਼ਨ ਦੇ ਵਿੱਚ ਪਿਆ ਜੀ 1976 ਦੇ ਵਿੱਚ ਕੀ ਹੋਇਆ ਸੀਗਾ ਜੀ 42ਵੀਂ ਸੋਧ ਹੋਈ ਸੀਗੀ। ਕਦੋਂ 1976 ਦੇ ਵਿੱਚ 42ਵੀਂ ਸੋਧ ਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਜੀ ਮਿੰਨੀ ਕੌਂਸਟੀਟਿਊਸ਼ਨ ਵੀ ਕਿਹਾ ਜਾਂਦਾ ਹੈ। ਠੀਕ ਹੈ, ਅਤੇ ਹੋਰ 1978 ਪਿਆ ਜੀ 1978 ਦੇ ਰਾਹੀਂ ਕਿਹੜੀ ਸੋਧ ਹੋਈ ਸੀਗੀ ਜੀ 44ਵੀਂ ਸੋਧ 1978। 44ਵੀਂ ਸੋਧ ਵੀ ਇੰਪੋਰਟੈਂਟ ਹੈ। ਠੀਕ ਹੈ, ਇਹਦੇ ਵਿੱਚ ਕੀ ਸੀਗਾ ਜੀ ਜਿਹੜਾ ਰਾਈਟ ਟੂ ਪ੍ਰੋਪਰਟੀ ਦਾ ਜਿਹੜਾ ਅਧਿਕਾਰ ਸੀ ਇਹ ਫੰਡਾਮੈਂਟਲ ਰਾਈਟ ਸੀਗਾ ਜੀ, ਸੰਪੱਤੀ ਦਾ ਅਧਿਕਾਰ ਕਹਿੰਦੇ ਜਿਹਨੂੰ ਆਪਾਂ ਪੰਜਾਬੀ 'ਚ। ਤਾਂ ਇਹਨੂੰ ਕੀ ਕੀਤਾ ਗਿਆ ਜੀ ਲੀਗਲ ਰਾਈਟ ਬਣਾਇਆ ਗਿਆ ਕਿਹਦੇ ਰਾਹੀਂ ਅਮੈਂਡਮੈਂਟ 44ਵੀਂ ਅਮੈਂਡਮੈਂਟ ਦੇ ਰਾਹੀਂ ਲੀਗਲ ਰਾਈਟ ਹੈ ਜਿਹੜਾ ਉਹ ਬਣਾਇਆ ਗਿਆ 1978 ਦੇ ਵਿੱਚ। ਮਰਾਰਜੀ ਦੇਸਾਈ ਉਦੋਂ ਕੀ ਸੀਗੇ ਜੀ ਆਪਣੇ ਪ੍ਰਾਈਮ ਮਿਨਿਸਟਰ ਸੀਗੇ। ਮਰਾਰਜੀ ਦੇਸਾਈ ਮਤਲਬ ਓਲਡੈਸਟ ਪ੍ਰਾਈਮ ਮਿਨਿਸਟਰ ਨੇ ਆਪਣੇ। ਠੀਕ ਹੈ ਜੀ। ਤਾਂ ਯਾਦ ਰੱਖੋਗੇ ਤੁਸੀਂ ਇਹ ਗੱਲ ਵੀ। ਤਾਂ ਠੀਕ ਹੈ ਜੀ 76 ਵੀ ਹੋ ਗਿਆ 1978 ਵੀ ਹੋ ਗਿਆ। ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਜੀ ਉਹ 1973 ਆਊਗਾ। ਠੀਕ ਹੈ ਜੀ। ਤਾਂ ਯਾਦ ਰੱਖਿਓ। ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਬਾਏ ਵਿਚ ਅਮੈਂਡਮੈਂਟ ਸਿੱਕਮ ਬਿਕੇਮ ਆ ਫੁੱਲ ਫਲੈਜਡ ਆ ਸਟੇਟ। ਸਿੱਕਮ ਹੈ ਜਿਹੜੀ ਉਹ ਆਪਣੀ ਸਟੇਟ ਦਾ ਮਤਲਬ ਦਰਜਾ ਮਿਲਿਆ ਉਹ ਕਿਹੜੀ ਸੋਧ ਦੇ ਰਾਹੀਂ ਮਿਲਿਆ। ਤਾਂ ਪੇਪਰ 'ਚ ਬਹੁਤ ਪੁੱਛਿਆ ਜਾਂਦਾ ਹੈ। ਤਾਂ 36ਵੀਂ ਅਮੈਂਡਮੈਂਟ 1975। ਠੀਕ ਹੈ, ਸੋਨੂੰ ਪੇਪਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਨਾਲ ਕੁਐਸਚਨ ਨੂੰ ਮੂਵ ਕਰਕੇ ਠੀਕ ਹੈ ਪਾ ਸਕਦਾ ਹੈ। ਠੀਕ ਹੈ, ਈਅਰ ਕਈ ਵਾਰ ਐਂ ਕਹਿ ਦੂਗਾ 36ਵੀਂ ਅਮੈਂਡਮੈਂਟ ਕਿਹੜੇ ਸਾਲ ਦੇ ਵਿੱਚ ਹੋਈ, ਕਿਹਦੇ ਨਾਲ ਸੰਬੰਧਿਤ ਸੀ। ਤਾਂ ਤੁਸੀਂ ਕਹੋਗੇ ਜੀ ਸਿੱਕਮ ਸਟੇਟ ਹੈ ਜਿਹੜੀ ਇਹਦੇ ਤਹਿਤ ਜਿਹੜੀ ਉਹ ਬਣਾਈ ਗਈ। ਹੁਣ ਇਹਦੇ ਵਿੱਚ 4 ਆਪਸ਼ਨਾਂ ਹੋਰ ਨੇ, ਆਪਾਂ ਉਹਦੇ ਬਾਰੇ ਡਿਸਕਸ ਕਰ ਲੈਂਦੇ ਹਾਂ। 10ਵੀਂ ਸੋਧ 1961 ਦੇ ਵਿੱਚ ਹੋਈ ਹੈ। ਇਹਦੇ ਤਹਿਤ ਕੀ ਹੋਇਆ ਜੀ ਦਾਦਰ ਨਗਰ ਹਵੇਲੀ ਹੈ ਜਿਹੜੀ, ਠੀਕ ਹੈ, ਦਾਦਰ ਨਗਰ ਹਵੇਲੀ ਹੈ ਜਿਹੜੀ ਉਹ ਕੀ ਬਣਾਈ ਗਈ ਜੀ ਯੂਨੀਅਨ ਟੈਰੀਟਰੀ ਬਣਾਈ ਗਈ। ਇਹ ਪੇਪਰ ਦੇ ਵਿੱਚ ਪੁੱਛਦੇ ਨੇ 1961 ਦੇ ਵਿੱਚ ਹੋਈ। 12ਵੀਂ ਸੋਧ ਹੈ ਜਿਹੜੀ ਉਹ 1962 ਦੇ ਵਿੱਚ ਹੋਈ ਜੀ। ਇਹਦੇ ਵਿੱਚ ਕੀ ਹੋਇਆ ਜੀ ਗੋਆ ਐਂਡ ਦਮਨ ਦੀਊ। ਠੀਕ ਹੈ ਜੀ, ਗੋਆ ਐਂਡ ਦਮਨ ਦੀਊ ਹੈ ਜਿਹੜੇ ਉਹ ਕੀ ਕੀਤੇ ਗਏ ਜੀ ਯੂਨੀਅਨ ਟੈਰੀਟਰੀ ਦੇ ਵਿੱਚ ਕੀ ਹੈ ਲਿਆਂਦੇ ਗਏ ਇੰਡੀਅਨ ਯੂਨੀਅਨ ਟੈਰੀਟਰੀ ਦੇ ਵਿੱਚ। ਠੀਕ ਹੈ ਜੀ, ਕਿਉਂਕਿ ਗੋਆ ਸੀਗਾ ਜਿਹੜਾ ਸਾਰਿਆਂ ਨਾਲੋਂ ਲਾਸਟ ਦੇ ਵਿੱਚ ਭਾਰਤ ਦੇ ਵਿੱਚੋਂ ਕੌਣ ਗਏ। ਤਾਂ ਕਈ ਬੱਚੇ ਕਹਿੰਦੇ ਨੇ ਅੰਗਰੇਜ਼ ਗਏ। ਨਹੀਂ ਜੀ, ਅੰਗਰੇਜ਼ ਨਹੀਂ ਗਏ। ਸਾਰਿਆਂ ਨਾਲੋਂ ਲਾਸਟ ਦੇ ਵਿੱਚ ਭਾਰਤ ਦੇ ਵਿੱਚ 1961 ਦੇ ਵਿੱਚ ਕੌਣ ਗਏ ਜੀ ਪੁਰਤਗਾਲੀ ਗਏ। ਠੀਕ ਹੈ ਜੀ, ਤਾਂ ਉਦੋਂ ਇਹਨਾਂ ਨੂੰ ਮਤਲਬ ਕੀ ਕੀਤਾ ਗਿਆ ਸੀਗਾ ਪੁਰਤਗਾਲੀਆਂ ਨੂੰ ਗੋਆ ਦਮਨ ਦੀਊ ਦੇ ਵਿੱਚੋਂ ਹਟਾਇਆ ਗਿਆ ਸੀਗਾ। ਤਾਂ 12ਵੀਂ ਸੋਧ ਕੀਤੀ ਗਈ ਸੀ 1962 ਦੇ ਵਿੱਚ। ਗੋਆ ਦਮਨ ਦੀਊ ਨੂੰ ਕੀ ਕੀਤਾ ਜੀ ਯੂਨੀਅਨ ਟੈਰੀਟਰੀ ਦੇ ਵਿੱਚ ਇਨਕਲੂਡ ਕਰ ਲਿਆ। ਠੀਕ ਹੈ ਜੀ, ਅਤੇ 21ਵੀਂ ਸੋਧ ਪੇਪਰ ਦੇ ਵਿੱਚ ਬਹੁਤ ਪੁੱਛੀ ਜਾਂਦੀ ਹੈ ਕਦੋਂ ਹੋਈ ਜੀ 1992। ਦੇਖੋ ਇਹਦੇ ਨਾਲ ਸੰਬੰਧਿਤ ਮੈਂ ਤੁਹਾਨੂੰ 3 ਅਮੈਂਡਮੈਂਟਾਂ ਜਿਹੜੀਆਂ ਉਹ ਇਕੱਠੀਆਂ ਯਾਦ ਕਰਾ ਸਕਦਾ। 21ਵੀਂ ਸੋਧ, 71ਵੀਂ ਸੋਧ ਅਤੇ 92nd। ਇਹ ਤਿੰਨੇ ਜਿਹੜੀਆਂ ਸੋਧਾਂ ਸੀ ਅਮੈਂਡਮੈਂਟਸ ਸੀਗੀਆਂ ਇਹ ਲੈਂਗੁਏਜ ਦੇ ਨਾਲ ਰਿਲੇਟਡ ਸੀ। 21ਵੀਂ ਸੋਧ ਦੇ ਰਾਹੀਂ ਜੀ ਇੱਕ 15ਵੀਂ ਲੈਂਗੁਏਜ ਐਡ ਕੀਤੀ ਗਈ ਕਿਹੜੀ ਸਿੰਧੀ। ਠੀਕ ਹੈ ਜੀ, ਜਿਹੜੀ ਕਿ ਕਦੋਂ ਹੋਈ ਜੀ 21ਵੀਂ ਸੋਧ ਆ ਜਿਹੜੀ ਉਹ ਹੋਈ ਹੈ 1967 ਦੇ ਵਿੱਚ ਹੋਈ ਹੈ। ਠੀਕ ਹੈ, ਇਹ ਥੋੜ੍ਹਾ ਜਿਹਾ ਇਹਨਾਂ ਨੇ ਬਾਈ ਮਿਸਟੇਕ ਲਿਖਤਾ 1967 ਦੇ ਵਿੱਚ ਹੋਈ ਹੈ। ਸਿੰਧੀ ਲੈਂਗੁਏਜ ਹੈ ਜਿਹੜੀ ਉਹ ਐਡ ਕੀਤੀ ਗਈ ਹੈ। 71ਵੀਂ ਸੋਧ ਦੇ ਰਾਹੀਂ 3 ਲੈਂਗੁਏਜਸ ਨੇ ਜਿਹੜੀਆਂ ਉਹ ਐਡ ਕੀਤੀਆਂ ਗਈਆਂ ਨੇ ਕਿਹੜੀਆਂ ਕਿਹੜੀਆਂ ਜੀ ਮਣੀਪੁਰੀ, ਕੋਂਕਣੀ ਅਤੇ ਨੈਪਲੀਜ਼। ਠੀਕ ਹੈ, ਕਦੋਂ ਹੋਈ ਹੈ ਇਹ 1992 ਦੇ ਵਿੱਚ ਹੋਈ ਹੈ। ਠੀਕ ਹੈ ਜੀ, ਹੋਰ ਤੁਹਾਨੂੰ ਦੱਸਦਾ ਮੈਂ। ਅਤੇ ਇੱਕ ਸੋਧ ਯਾਦ ਰੱਖਣੀ ਤੁਸੀਂ 92ਵੀਂ ਸੋਧ। ਠੀਕ ਹੈ ਜੀ, ਇਹ ਕਦੋਂ ਹੋਈ ਹੈ ਜੀ 2003 ਦੇ ਵਿੱਚ ਹੋਈ ਹੈ। ਇਹਦੇ ਤਹਿਤ ਜੀ 4 ਲੈਂਗੁਏਜਸ ਨੇ ਜਿਹੜੀਆਂ ਉਹ ਐਡ ਕੀਤੀਆਂ ਗਈਆਂ ਕਿਹੜੀਆਂ ਕਿਹੜੀਆਂ ਜੀ ਸੈਂਥਲੀ, ਮੈਂਥਲੀ, ਬੋਡੋ ਅਤੇ ਡੋਗਰੀ। ਬੋਡੋ ਕਿੱਥੇ ਬੋਲੀ ਜਾਂਦੀ ਹੈ ਪੇਪਰ 'ਚ ਪੁੱਛ ਸਕਦੇ ਨੇ
ਅਸਾਮ ਦੇ ਵਿੱਚ ਬੋਲੀ ਜਾਂਦੀ ਹੈ। ਠੀਕ ਹੈ, ਅਸਾਮ ਦੀ ਜਿਹੜੀ ਰਾਜਧਾਨੀ ਹੈ ਉਹ ਕੀ ਹੈ ਜੀ, ਦਿਸਪੁਰ ਹੈ। ਇਹ ਵੀ ਤੁਸੀਂ ਯਾਦ ਰੱਖਣਾ। ਤਾਂ ਇਹਦਾ ਜਿਹੜਾ ਸਹੀ ਆਨਸਰ ਹੋ ਗਿਆ ਜੀ ਉਹ ਸੀ ਆਪਸ਼ਨ ਹੋ ਗਿਆ। 36ਵੀਂ ਅਮੈਂਡਮੈਂਟ 1975। ਦੋ ਅਮੈਂਡਮੈਂਟ ਹੋਰ ਯਾਦ ਕਰਾ ਦਿੰਦਾ, ਰਿਪੀਟ ਕਰ ਦਿੰਦਾ। 42ਵੀਂ ਅਮੈਂਡਮੈਂਟ ਕਦੋਂ ਹੋਈ, ਪੇਪਰ 'ਚ ਪੁੱਛਿਆ ਜਾਂਦਾ। 1976। ਇੰਦਰਾ ਗਾਂਧੀ ਇਸ ਸਮੇਂ ਕੀ ਸੀਗੇ ਜੀ, ਆਪਣੇ ਪ੍ਰਾਈਮ ਮਿਨਿਸਟਰ ਸੀਗੇ। ਠੀਕ ਹੈ, ਇੱਕ 44ਵੀਂ ਸੋਧ, ਇਹ ਦੋਨੇ ਇਕੱਠੀਆਂ ਯਾਦ ਰੱਖਣੀਆਂ। 44ਵੀਂ ਸੋਧ 1978। ਰਾਈਟ ਟੂ ਪ੍ਰੋਪਰਟੀ ਦਾ ਜਿਹੜਾ ਅਧਿਕਾਰ ਸੀ ਆਰਟੀਕਲ 31 ਦੇ ਵਿੱਚ ਦੱਸਿਆ ਹੋਇਆ ਸੀ, ਉਹਨੂੰ ਫੰਡਾਮੈਂਟਲ ਰਾਈਟ ਦੇ ਵਿੱਚੋਂ ਕੱਢ ਕੇ ਕੀ ਕੀਤਾ ਗਿਆ ਜੀ, ਲੀਗਲ ਰਾਈਟ ਬਣਾਇਆ ਗਿਆ। ਕਿਹੜੇ ਆਰਟੀਕਲ 'ਚ ਜੀ, 300A ਦੇ ਤਹਿਤ। ਠੀਕ ਹੈ ਜੀ, ਇੰਨੀ ਕੁ ਇਨਫੋਰਮੇਸ਼ਨ ਕਾਫੀ ਹੈ। ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਰਾਈਟ ਟੂ ਫਰੀਡਮ ਆਫ ਰਿਲੀਜਨ ਆਰਟੀਕਲ, ਜਿਹੜੇ ਮਤਲਬ ਧਾਰਮਿਕ ਸੁਤੰਤਰਤਾ ਦਾ ਜਿਹੜਾ ਅਧਿਕਾਰ ਹੈ ਉਹ ਕਿਹੜੇ ਆਰਟੀਕਲਾਂ ਦੇ ਵਿੱਚ ਦੱਸਿਆ ਹੋਇਆ, ਤਾਂ ਉਹਦੀ ਪਛਾਣ ਕਰਨੀ ਹੈ ਤੁਸੀਂ। ਅਤੇ ਇਹਦਾ ਜਿਹੜਾ ਸਹੀ ਆਨਸਰ ਆਊਗਾ ਜੀ ਉਹ ਆਊਗਾ ਆਰਟੀਕਲ 25 ਤੋਂ 28 ਦੇ ਵਿੱਚ ਕਿਹਦੀ ਗੱਲ ਕੀਤੀ ਹੋਈ ਹੈ ਜੀ, ਰਿਲੀਜਨ ਦੀ ਗੱਲ ਕੀਤੀ ਹੋਈ ਹੈ। ਠੀਕ ਹੈ ਜੀ, ਆਪਣੇ ਟੋਟਲ ਪੇਪਰ 'ਚ ਪੁੱਛ ਲੈਣ ਕਿੰਨੇ ਫੰਡਾਮੈਂਟਲ ਰਾਈਟਸ ਨੇ, 6 ਨੇ ਐਟ ਪ੍ਰੈਜੈਂਟ। ਪਹਿਲਾਂ ਕਿੰਨੇ ਹੁੰਦੇ ਸੀ, ਤਾਂ ਤੁਸੀਂ ਕਹੋਗੇ ਜੀ 7। 7ਵਾਂ ਜਿਹੜਾ ਸੀਗਾ ਉਹ ਕਿਹੜਾ ਸੀਗਾ ਜੀ, ਆਰਟੀਕਲ 31 ਦੇ ਵਿੱਚ ਲਿਖਿਆ ਹੋਇਆ ਸੀਗਾ ਜੀ ਕੀ, ਰਾਈਟ ਟੂ ਪ੍ਰੋਪਰਟੀ, ਸੰਪੱਤੀ ਦਾ ਅਧਿਕਾਰ ਸੀਗਾ ਜੀ। ਠੀਕ ਹੈ, ਉਹਨੂੰ ਲੀਗਲ ਰਾਈਟ ਬਣਾ ਦਿੱਤਾ ਗਿਆ। ਕਿਹੜੇ ਆਰਟੀਕਲ ਦੇ ਤਹਿਤ ਜੀ, 300A ਦੇ ਤਹਿਤ। ਠੀਕ ਹੈ, ਇੰਨੀ ਗੱਲ ਤੁਸੀਂ ਯਾਦ ਰੱਖਣੀ ਹੈ। ਗਾਹਾਂ ਆ ਜਾਓ ਜੀ। ਪੇਪਰ ਦੇ ਵਿੱਚ ਤੁਹਾਨੂੰ ਪੁੱਛ ਲੂਗਾ ਕਿ 14 ਤੋਂ 18 ਕਿਹੜਾ ਆਰਟੀਕਲ ਹੈ ਜੀ, ਤਾਂ ਉਹ ਆਰਟੀਕਲ ਹੈਗਾ ਜੀ ਰਾਈਟ ਟੂ ਇਕੁਐਲਿਟੀ, ਸਮਾਨਤਾ ਦਾ ਅਧਿਕਾਰ। ਠੀਕ ਹੈ ਜੀ, ਤਾਂ ਤੁਹਾਨੂੰ ਮੈਂ ਬੋਲ ਕੇ ਦੱਸ ਦਿੰਦਾ। ਆਰਟੀਕਲ 14 ਜਿਹੜਾ ਉਹ ਕਿਹਦੀ ਗੱਲ ਕਰਦਾ ਜੀ, ਇਕੁਐਲਿਟੀ ਬਿਫੋਰ ਲਾਸ, ਕਾਨੂੰਨ ਦੇ ਸਾਹਮਣੇ ਸਾਰੇ ਕੀ ਨੇ ਜੀ, ਬਰਾਬਰ ਨੇ। ਆਰਟੀਕਲ 14। ਆਰਟੀਕਲ 15 ਦੇ ਤਹਿਤ ਕੀ ਹੈ ਜੀ, ਮਤਲਬ ਕੋਈ ਵੀ ਡਿਸਕ੍ਰਿਮੀਨੇਸ਼ਨ ਨਹੀਂ ਹੋਊਗਾ ਜੈਂਡਰ ਦੇ ਨਾਂ 'ਤੇ, ਕਾਸਟ ਦੇ ਨਾਂ 'ਤੇ, ਸੈਕਸ ਦੇ ਨਾਂ 'ਤੇ ਜੀ। ਠੀਕ ਹੈ, ਪਲੇਸ ਆਫ ਬਰਥ। ਠੀਕ ਹੈ ਜੀ, ਤਾਂ ਇਹ ਆਰਟੀਕਲ 15 ਦੇ ਵਿੱਚ ਲਿਖਿਆ ਹੋਇਆ ਹੈ। ਆਰਟੀਕਲ 16 ਦੇ ਵਿੱਚ ਕੀ ਲਿਖਿਆ ਹੋਇਆ ਜੀ, ਇਕੁਅਲ ਓਪਰਚੁਨਿਟੀ ਮਿਲੂਗੀ ਜੀ ਪਬਲਿਕ ਇੰਪਲੋਇਮੈਂਟ ਦੇ ਵਿੱਚ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖੋਗੇ। ਠੀਕ ਹੈ, ਹੋਰ ਆਰਟੀਕਲ 17 ਕੀ ਕਹਿੰਦਾ ਜੀ, ਅਨਟੱਚੇਬਿਲਿਟੀ। ਠੀਕ ਹੈ, ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਹੀਂ ਹੋਊਗਾ ਜੀ, ਅਨਟੱਚੇਬਿਲਿਟੀ, ਛੂਆ-ਛਾਤ ਨਹੀਂ ਹੋਊਗਾ। 18 ਨੰਬਰ ਜਿਹੜਾ ਆਰਟੀਕਲ ਆ ਉਹ ਕੀ ਕਹਿੰਦਾ ਜੀ, ਅਬੋਇਲੇਸ਼ਨ ਆਫ ਟਾਈਟਲਸ, ਮਤਲਬ ਟਾਈਟਲਸ ਨਹੀਂ ਲਏ ਜਾਣਗੇ। ਠੀਕ ਹੈ ਜੀ, ਤਾਂ ਇਹ ਕਿਹੜੇ ਆਰਟੀਕਲ 'ਚ ਦੱਸਿਆ ਹੋਇਆ ਜੀ, 18 ਦੇ ਵਿੱਚ ਦੱਸਿਆ ਹੋਇਆ। ਨੈਕਸਟ ਜਿਹੜਾ ਆਪਣਾ ਹੋਰ ਆਪਾਂ ਕੀ ਕਰ ਸਕਦੇ ਹਾਂ, 19 ਤੋਂ 22 ਹੈ ਜਿਹੜਾ ਉਹ ਕਿਹਦੀ ਗੱਲ ਕਰਦਾ ਜੀ, ਰਾਈਟ ਟੂ ਫਰੀਡਮ, ਆਜ਼ਾਦੀ ਦਾ ਅਧਿਕਾਰ ਹੈ। ਮਤਲਬ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਗੱਲਾਂ ਦੱਸੀਆਂ ਹੋਈਆਂ ਨੇ ਜੀ, ਮਤਲਬ ਤੁਸੀਂ ਕੀ ਹੈ ਜੀ, ਫਰੀਡਮ ਆਫ ਸਪੀਚ ਐਂਡ ਐਕਸਪ੍ਰੈਸ਼ਨ। ਠੀਕ ਹੈ, ਪੀਸਫੁਲੀ ਜਿਹੜਾ ਪ੍ਰੋਟੈਸਟ ਕਰ ਸਕਦੇ ਹੋ ਵਿਦਾਊਟ ਆਰਮਸ। ਠੀਕ ਹੈ ਜੀ, ਰਾਈਟ ਟੂ ਫਾਰਮ ਐਸੋਸੀਏਸ਼ਨ ਐਂਡ ਯੂਨੀਅਨਸ, ਤੁਸੀਂ ਯੂਨੀਅਨਸ ਬਣਾ ਸਕਦੇ ਹੋ। ਠੀਕ ਹੈ, ਅਤੇ ਤੁਸੀਂ ਕੋਈ ਵੀ ਟਰੇਡ ਜਾਂ ਬਿਜ਼ਨਸ ਕਰ ਸਕਦੇ ਹੋ ਕਿਸੇ ਵੀ ਟੈਰੀਟਰੀ ਦੇ ਵਿੱਚ, ਇੰਡੀਆ ਦੇ ਵਿੱਚ ਕੀ ਹੈ ਜੀ, ਮੂਵ ਕਰ ਸਕਦੇ ਹੋ, ਜਾਂ ਆਪਦੀ ਆਕੂਪੇਸ਼ਨ ਜਾਂ ਕੋਈ ਵੀ ਬਿਜ਼ਨਸ ਚਲਾ ਸਕਦੇ ਹੋ। ਠੀਕ ਹੈ ਜੀ, ਤਾਂ ਆਰਟੀਕਲ 20 ਦੇ ਬਾਰੇ ਤੁਹਾਨੂੰ ਮੈਂ ਥੋੜ੍ਹਾ ਜਿਹਾ ਦੱਸ ਦਿੰਦਾ। ਠੀਕ ਹੈ, ਆਰਟੀਕਲ 20 ਕਿਹਦੀ ਗੱਲ ਕਰਦਾ ਜੀ, ਪ੍ਰੋਟੈਕਸ਼ਨ ਇਨ ਰਿਸਪੈਕਟ ਆਫ ਕਨਵੈਨਸ਼ਨ ਫਾਰ ਅਫੈਂਸਸ, ਸਿੱਧਾ ਯਾਦ ਰੱਖਣਾ ਹੈ ਜੀ। ਆਰਟੀਕਲ 21 ਕਿਹਦੀ ਗੱਲ ਕਰਦਾ ਜੀ, ਪ੍ਰੋਟੈਕਸ਼ਨ ਆਫ ਲਾਈਫ ਐਂਡ ਪਰਸਨਲ ਲਿਬਰਟੀ ਦੀ ਗੱਲ ਕਰਦਾ ਜੀ, ਪਰਸਨਲ ਆਜ਼ਾਦੀ ਦੀ ਗੱਲ ਕਰਦਾ। ਆਰਟੀਕਲ 22 ਪੇਪਰ ਦੇ ਵਿੱਚ ਬਹੁਤ ਪੁੱਛਿਆ ਜਾਂਦਾ ਹੈ, ਕੀ ਯਾਦ ਰੱਖਣਾ ਹੈ ਜੀ, ਪ੍ਰੋਟੈਕਸ਼ਨ ਅਗੇਂਸਟ ਅਰੈਸਟ ਐਂਡ ਡਿਟੈਂਸ਼ਨ, ਮਤਲਬ ਕੀ ਹੈ ਜੀ, ਕੋਈ ਵੀ ਮੁਲਜ਼ਮ ਹੈ ਜਿਹੜਾ ਉਹ 24 ਘੰਟੇ ਦੇ ਅੰਦਰ ਅੰਦਰ ਜੀ ਜਿਹੜਾ ਉਹ ਜੁਡੀਸ਼ੀਅਲ ਦੇ ਵਿੱਚ ਕੀ ਹੈ ਜੀ, ਪੇਸ਼ ਕਰਨਾ ਲਾਜ਼ਮੀ ਹੈ। ਠੀਕ ਹੈ, ਇੱਕ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਜੀ, ਆਰਟੀਕਲ 21A, ਇਹ ਸੁਪਰ ਇੰਪੋਰਟੈਂਟ ਹੈ ਜੀ। ਠੀਕ ਹੈ, ਏ ਦਾ ਮਤਲਬ ਕੀ ਹੈ ਜੀ, ਇਹਦੇ ਵਿੱਚ ਸੋਧ ਹੋਈ ਹੈ। ਕਿਹੜੀ ਸੋਧ ਹੋਈ ਹੈ ਜੀ, 86ਵੀਂ ਸੋਧ ਹੈ ਜਿਹੜੀ ਕਦੋਂ ਹੋਈ ਹੈ ਜੀ, 2002 ਦੇ ਵਿੱਚ। ਠੀਕ ਹੈ ਜੀ, 21A ਇਹਨੂੰ ਕੀ ਕਹਿੰਦੇ ਜੀ, ਰਾਈਟ ਟੂ ਐਜੂਕੇਸ਼ਨ। ਠੀਕ ਹੈ ਜੀ, ਤਾਂ 6 ਤੋਂ 14 ਸਾਲ ਦੇ ਬੱਚਿਆਂ ਨੂੰ ਕੀ ਜੀ ਐਜੂਕੇਸ਼ਨ ਦੇਣੀ ਲਾਜ਼ਮੀ ਹੈ, ਆਰਟੀਕਲ 21 ਦੇ ਵਿੱਚ ਕੀ ਹੈ ਜੀ ਆਪਣਾ ਦੱਸਿਆ ਹੋਇਆ। ਠੀਕ ਹੈ ਜੀ, ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਸੈਪਰੇਸ਼ਨ ਆਫ ਜੁਡੀਸ਼ਰੀ ਫਰੋਮ ਐਗਜ਼ੀਕਿਊਟਿਵ, ਜਿਹੜਾ ਇਹ ਮਤਲਬ ਦੱਸਿਆ ਹੋਇਆ, ਇਹ ਕਿਹੜੇ ਆਰਟੀਕਲ ਦੇ ਵਿੱਚ ਦੱਸਿਆ ਹੋਇਆ। ਠੀਕ ਹੈ, ਤਾਂ ਇਹਦਾ ਜਿਹੜਾ ਸਹੀ ਜਵਾਬ ਹੈ, ਜਿਹੜਾ ਪਹਿਲਾਂ ਆਪਾਂ ਉਹ ਲੈ ਲੈਂਦੇ ਹਾਂ। ਆਰਟੀਕਲ 50 ਦੇ ਵਿੱਚ ਕਿਹਦੀ ਗੱਲ ਕੀਤੀ ਹੋਈ ਹੈ ਵੀ ਮਤਲਬ ਜੁਡੀਸ਼ਰੀ ਹੈ ਜਿਹੜੀ ਨਿਆਂਪਾਲਿਕਾ ਉਹ ਕਾਰਜਪਾਲਿਕਾ ਨਾਲੋਂ ਕੀ ਹੋਊਗੀ ਜੀ, ਉਹਨਾਂ ਨੂੰ ਸੈਪਰੇਟ ਰੱਖਿਆ ਜਾਊਗਾ। ਆਰਟੀਕਲ 50 ਦੱਸਦਾ ਜੀ। ਠੀਕ ਹੈ, ਤਾਂ ਆਰਟੀਕਲ 50 ਕਿਹਦੇ ਵਿੱਚ ਆਉਂਦਾ ਜੀ, ਤਾਂ ਇਹ DPSP ਦੇ ਵਿੱਚ ਆਉਂਦਾ, ਜਿਹੜਾ ਕਿ ਆਪਣੇ ਕੌਨਸਟੀਟਿਊਸ਼ਨ ਦਾ ਪਾਰਟ ਕਿੰਨਵਾਂ ਹੈ ਜੀ, ਤਾਂ ਪੇਪਰ 'ਚ ਪੁੱਛ ਲੈਣਗੇ ਪਾਰਟ 4, ਜਿਹੜਾ ਕਿ ਵੇਰੀ ਕਰਦਾ ਜੀ ਕਿੱਥੋਂ ਤੋਂ ਕਿੱਥੋਂ ਤੱਕ, 36 ਤੋਂ 51 ਤੱਕ। ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ ਦੀ ਫੁੱਲ ਫਾਰਮ ਹੈ। ਆਪਾਂ ਕਿਹੜੇ ਦੇਸ਼ ਤੋਂ ਬੋਰੋ ਕੀਤੇ ਹੈ ਜੀ, ਤਾਂ ਆਇਰਲੈਂਡ ਤੋਂ ਲਿਆ ਜੀ। ਆਇਰਲੈਂਡ ਨੇ ਗਾਹਾਂ ਕਿਸ ਤੋਂ ਲਿਆ ਜੀ,
ਤਾਂ ਸਪੇਨ ਤੋਂ ਲਏ ਆ। ਠੀਕ ਹੈ ਜੀ, ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਹੁਣ ਆਪਸ਼ਨ ਦੇ ਵਿੱਚ ਆਰਟੀਕਲ 51 ਪਿਆ। ਆਰਟੀਕਲ 51 ਕਿਹਦੀ ਗੱਲ ਕਰਦਾ ਜੀ? ਟੂ ਪ੍ਰਮੋਟ, ਪੇਪਰ ਦੇ ਵਿੱਚ ਡਾਇਰੈਕਟ ਆਉਂਦੇ ਨੇ ਜਿਹੜੇ PPSC ਪੈਟਰਨ ਦੇ ਕੁਐਸਚਨ ਬਣਦੇ ਨੇ ਉਹ ਮਿਲਾਣ ਚਿੰਨ੍ਹ ਬਣਾ ਲੈਂਦਾ। ਠੀਕ ਹੈ ਜੀ, ਤਾਂ ਇਹਦਾ ਆਰਟੀਕਲ 51 ਕੀ ਹੈ ਜੀ? ਤੁਹਾਡੇ ਯਾਦ ਹੋਣੇ ਚਾਹੀਦੇ ਨੇ ਇਹ। ਟੂ ਪ੍ਰਮੋਟ ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ, ਮਤਲਬ ਤੁਸੀਂ ਕੀ ਹੈ ਜੀ ਅੰਤਰਰਾਸ਼ਟਰੀ ਜਿਹੜੀ ਸ਼ਾਂਤੀ ਹੈ ਅਤੇ ਸਿਕਿਉਰਿਟੀ ਦਾ ਕੀ ਕਰਨਾ, ਉਹਨੂੰ ਪ੍ਰਮੋਟ ਕਰਨਾ ਹੈ। ਆਰਟੀਕਲ 40 ਸੁਪਰ ਇੰਪੋਰਟੈਂਟ ਹੈ, ਸਟਾਰ ਲਾ ਲਓ ਜੀ। ਔਰਗਨਾਈਜ਼ਿੰਗ ਵਿਲੇਜ ਪੰਚਾਇਤਸ, ਠੀਕ ਹੈ, ਤਾਂ ਕਿਹੜੇ ਆਰਟੀਕਲ 'ਚ ਦੱਸੀਆਂ ਹੋਈਆਂ ਜੀ? ਆਰਟੀਕਲ 40 ਦੇ ਵਿੱਚ ਦੱਸੀਆਂ ਹੋਈਆਂ। ਆਪਾਂ ਆਰਟੀਕਲ 243A ਤੋਂ ਲੈ ਕੇ O ਤੱਕ ਕੀ ਹੈ ਜੀ, ਆਪਾਂ ਪੰਚਾਇਤੀ ਸਿਸਟਮ ਹੈ ਜਿਹੜਾ ਪੰਚਾਇਤੀ ਰਾਜ ਆ ਉਹ ਪੜ੍ਹਿਆ ਹੋਇਆ। ਬਲਵੰਤ ਰਾਏ ਮਹਿਤਾ ਕਮੇਟੀ ਦੇ ਰਾਹੀਂ 3 ਟਾਇਰ ਸਿਸਟਮ ਹੈ ਜੀ ਆਪਣੇ, ਕੀ ਹੈ ਜੀ? ਵਿਲੇਜ ਪੰਚਾਇਤ ਹੈ, ਬਲਾਕ ਸੰਮਤੀ ਹੈ ਅਤੇ ਜ਼ਿਲ੍ਹਾ ਪਰਿਸ਼ਦ ਹੈ। ਠੀਕ ਹੈ ਜੀ, ਕਿਹੜੀ ਸੋਧ ਹੈ ਜੀ? 73ਵੀਂ ਸੋਧ 1992। ਠੀਕ ਹੈ, ਇੰਨੀ ਕੁ ਇਨਫੋਰਮੇਸ਼ਨ ਸਾਂਭਿਓ। ਅਤੇ ਹੋਰ ਆਪਾਂ ਗੱਲ ਕਰ ਲੈਂਦੇ ਹਾਂ ਆਰਟੀਕਲ 44 ਜੀ। ਇਹ ਕਿਹਦੀ ਗੱਲ ਕਰਦਾ ਜੀ? ਯੂਨੀਫਾਰਮ ਸਿਵਲ ਕੋਡ ਦੀ ਗੱਲ ਕਰਦਾ ਜੀ, ਫॉर ਆਲ ਇਟਸ ਸਿਟੀਜ਼ਨਸ। ਤਾਂ ਸਾਰਿਆਂ ਨਾਲੋਂ ਪਹਿਲਾਂ ਯੂਨੀਫਾਰਮ ਸਿਵਲ ਕੋਡ ਕਿੱਥੇ ਲੱਗਿਆ ਜੀ? ਤਾਂ ਪੇਪਰ 'ਚ ਪੁੱਛ ਸਕਦਾ ਹੈ, ਤਾਂ ਗੋਆ ਦੇ ਵਿੱਚ ਲੱਗਿਆ। ਠੀਕ ਹੈ ਜੀ, ਆਰਟੀਕਲ 50 ਦੀ ਮੈਂ ਗੱਲ ਕਰਾਂ ਤਾਂ ਆਰਟੀਕਲ 50 ਇਹਦਾ ਜਿਹੜਾ ਸਹੀ ਆਨਸਰ ਸੀਗਾ ਤੁਹਾਨੂੰ ਮੈਂ ਦੱਸ ਹੀ ਚੁੱਕਿਆ, ਸੈਪਰੇਸ਼ਨ ਆਫ ਜੁਡੀਸ਼ਰੀ ਫਰੋਮ ਐਗਜ਼ੀਕਿਊਟਿਵ। ਠੀਕ ਹੈ ਜੀ, ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਓਲਡੈਸਟ ਪ੍ਰੈਜ਼ੀਡੈਂਟ ਆਫ ਇੰਡੀਆ, ਭਾਰਤ ਦਾ ਸਾਰਿਆਂ ਨਾਲੋਂ ਮਤਲਬ ਓਲਡੈਸਟ ਪ੍ਰੈਜ਼ੀਡੈਂਟ ਵਧੇਰੀ ਉਮਰ ਦਾ ਜਿਹੜਾ ਰਾਸ਼ਟਰਪਤੀ ਹੈ ਕੌਣ ਹੈ? ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਜੀ ਉਹ ਹੈਗਾ ਗਾ ਆਰ ਵੈਂਕਟ ਰਮਨ। ਠੀਕ ਹੈ, ਯਾਦ ਰੱਖੋਗੇ, ਇੰਪੋਰਟੈਂਟ ਹੈ। ਪ੍ਰੈਜ਼ੀਡੈਂਟ ਇਕੱਲਾ ਇਕੱਲਾ ਤੁਹਾਡੇ ਯਾਦ ਹੋਣਾ ਚਾਹੀਦਾ, ਕੀ ਮਤਲਬ ਉਹਨਾਂ ਦੇ ਨਾਲ ਸੰਬੰਧਿਤ ਇਨਫੋਰਮੇਸ਼ਨ ਹੈ ਜਿਹੜੀ ਮੈਂ ਤੁਹਾਨੂੰ ਦੱਸ ਦਿੰਦਾ। ਡਾਕਟਰ APJ ਅਬਦੁਲ ਕਲਾਮ, ਪਹਿਲੀ ਗੱਲ ਤਾਂ ਇਹ ਜਿਹੜੇ ਪ੍ਰੈਜ਼ੀਡੈਂਟ ਨੇ ਫਸਟ ਪੇਪਰ 'ਚ ਪੁੱਛ ਲੈਂਦੇ ਆ, ਸਾਇੰਟਿਸਟ ਪ੍ਰੈਜ਼ੀਡੈਂਟ ਨੇ ਜੀ। ਭਾਰਤ ਦੇ ਪਹਿਲੇ ਸਾਇੰਟਿਸਟ ਪ੍ਰੈਜ਼ੀਡੈਂਟ ਕੌਣ ਸੀਗੇ? ਤਾਂ ਪੇਪਰ 'ਚ ਪੁੱਛ ਲੈਣਗੇ ਡਾਕਟਰ APJ ਅਬਦੁਲ ਕਲਾਮ। ਠੀਕ ਹੈ, ਇਹਨਾਂ ਦੀਆਂ ਕਿਤਾਬਾਂ ਤੁਹਾਨੂੰ ਦੱਸ ਦਿੰਦਾ ਜੀ ਮੈਂ। ਇਗਨਾਈਟਡ ਮਾਈਂਡਸ, ਪੇਪਰ 'ਚ ਪੁੱਛਦੇ ਨੇ ਇਹ। ਠੀਕ ਹੈ ਜੀ, ਇਗਨਾਈਟਡ ਮਾਈਂਡਸ। ਠੀਕ ਹੈ, ਮਾਈ ਜਰਨੀ ਟਰਾਂਸਫਾਰਮਿੰਗ ਡਰੀਮਸ ਇਨਟੂ ਐਕਸ਼ਨ। ਠੀਕ ਹੈ, ਮੈਂ ਲਿਖੂੰਗਾ ਨਹੀਂ, ਤੁਸੀਂ ਆਈਂ ਤਾਰ ਲਿਓ, ਮਾਈ ਜਰਨੀ ਟਰਾਂਸਫਾਰਮਿੰਗ ਡਰੀਮਸ ਇਨਟੂ ਐਕਸ਼ਨਸ। ਇਹ ਕਿਹਦੀ ਕਿਤਾਬ ਹੈ ਜੀ? ਡਾਕਟਰ APJ ਅਬਦੁਲ ਕਲਾਮ ਦੀ ਹੈ। ਇਹਨਾਂ ਨੂੰ 1997 ਦੇ ਵਿੱਚ ਜਿਹੜਾ ਭਾਰਤ ਰਤਨ ਹੈ ਉਹ ਮਿਲਿਆ ਸੀ। ਪੇਪਰ 'ਚ ਪੁੱਛ ਲੈਂਦੇ ਨੇ ਡਾਕਟਰ APJ ਅਬਦੁਲ ਕਲਾਮ ਨੂੰ ਜਿਹੜਾ ਭਾਰਤ ਰਤਨ ਉਹ ਕਦੋਂ ਮਿਲਿਆ ਜੀ? 1997 ਦੇ ਵਿੱਚ ਮਿਲਿਆ। ਸਾਰਿਆਂ ਨਾਲੋਂ ਪਹਿਲੀ ਵਾਰ ਜਿਹੜਾ ਭਾਰਤ ਰਤਨ ਹੈ ਉਹ 1956 ਦੇ ਵਿੱਚ ਕਿਹਨੂੰ ਮਿਲਿਆ ਜੀ? 3 ਬੰਦਿਆਂ ਨੂੰ ਮਿਲਿਆ ਸੀਗਾ ਜੀ। S ਰਾਧਾ ਕ੍ਰਿਸ਼ਨਨ ਨੂੰ, ਜੋ ਕਿ ਭਾਰਤ ਦੇ ਪਹਿਲੇ ਵਾਈਸ ਪ੍ਰੈਜ਼ੀਡੈਂਟ ਸੀਗੇ। C ਰਾਜਾ ਗੋਪਾਲਚਾਰੀ ਨੂੰ, ਠੀਕ ਹੈ, ਅਤੇ CV ਰਮਨ ਨੂੰ। ਠੀਕ ਹੈ, ਇਹ ਤੁਸੀਂ ਗੱਲ ਯਾਦ ਰੱਖਣੀ ਹੈ। ਭਾਰਤ ਰਤਨ ਹੈ ਜਿਹੜਾ ਉਹ ਹਾਈਐਸਟ ਸਿਵਲੀਅਨ ਅਵਾਰਡ ਹੈ ਜੀ ਕਿਹਦਾ? ਭਾਰਤ ਦਾ, ਭਾਰਤ ਰਤਨ। ਠੀਕ ਹੈ, ਸਾਰਿਆਂ ਨਾਲੋਂ ਯੰਗੈਸਟ ਜਿਹੜਾ ਮਤਲਬ ਲੈਣ ਵਾਲਾ ਭਾਰਤ ਰਤਨ ਕੌਣ ਸੀਗਾ ਜੀ? ਸਚਿਨ ਤੰਦੂਲਕਰ ਸੀਗੇ। ਠੀਕ ਹੈ, ਇਹ ਗੱਲ ਤੁਸੀਂ ਯਾਦ ਰੱਖਣੀ ਹੈ 2014 ਦੇ ਵਿੱਚ। ਠੀਕ ਹੈ, ਤਾਂ ਹੋਰ ਮੈਂ ਤੁਹਾਨੂੰ ਦੱਸ ਦਿੰਦਾ ਅਬਦੁਲ ਕਲਾਮ ਦੇ ਬਾਰੇ ਆਪਾਂ ਪੜ੍ਹ ਲਿਆ ਜੀ। ਪ੍ਰਤਿਭਾ ਪਾਟਿਲ, ਇਹ ਆਪਣੇ ਰਾਸ਼ਟਰਪਤੀ ਰਹਿ ਚੁੱਕੇ ਨੇ, ਪਹਿਲੇ ਫਸਟ ਫੀਮੇਲ ਪ੍ਰੈਜ਼ੀਡੈਂਟ ਕੌਣ ਸੀਗੇ ਜੀ? ਪ੍ਰਤਿਭਾ ਪਾਟਿਲ। ਠੀਕ ਹੈ, ਪੇਪਰ ਦੇ ਵਿੱਚ ਇੱਕ ਵਰਲਡ ਲੈਵਲ ਦਾ ਕੁਐਸਚਨ ਪੁੱਛ ਲੈਂਦੇ ਨੇ ਕਿ ਵਿਸ਼ਵ ਦੀ ਸਾਰਿਆਂ ਨਾਲੋਂ ਪਹਿਲੀ ਰਾਸ਼ਟਰਪਤੀ ਜਿਹੜੀ ਵੂਮੈਨ ਸੀਗੀ ਉਹ ਕੌਣ ਸੀਗੇ? ਤਾਂ ਉਹ ਕੌਣ ਸੀਗੇ ਜੀ? ਮਾਰੀਆ ਐਸਟੋਲਾ ਪੈਰੋਨ। ਕਿੱਥੋਂ ਦੇ ਸੀਗੇ ਜੀ? ਅਰਜਨਟੀਨਾ ਦੇ। ਠੀਕ ਹੈ ਜੀ, ਯਾਦ ਰੱਖਿਓ। ਠੀਕ ਹੈ, ਪ੍ਰਤਿਭਾ ਪਾਟਿਲ ਜਿਹੜੇ ਸੀਗੇ ਉਹ ਫਸਟ ਫੀਮੇਲ ਪ੍ਰੈਜ਼ੀਡੈਂਟ ਸੀਗੇ ਕਿਹਦੇ? ਭਾਰਤ ਦੇ। ਠੀਕ ਹੈ, ਅਤੇ S ਬੰਦਰਾ ਨਾਇਕੇ ਫਸਟ ਫੀਮੇਲ PM ਸੀਗੇ ਜੀ। S ਬੰਦਰਾ ਨਾਇਕੇ ਕਿੱਥੋਂ ਦੇ ਜੀ? ਸ਼੍ਰੀਲੰਕਾ ਦੇ। ਤਾਂ ਆਲ ਵਰਲਡ ਲੈਵਲ 'ਤੇ ਹੈ ਜੀ, ਪੇਪਰ ਦੇ ਵਿੱਚ ਪੁੱਛ ਸਕਦੇ ਆ। ਮਾਰੀਆ ਐਸਟੈਲਾ ਪੈਰੋਨ ਸੀਗੇ ਜਿਹੜੇ ਅਰਜਨਟੀਨਾ ਦੇ ਪਹਿਲੇ ਰਾਸ਼ਟਰਪਤੀ ਸੀ, ਅਤੇ ਰਾਸ਼ਟਰਪਤੀ ਨਹੀਂ ਸੀਗੇ, ਪਹਿਲੇ ਵੂਮੈਨ ਰਾਸ਼ਟਰਪਤੀ ਸੀਗੇ। ਠੀਕ ਹੈ, ਸੰਸਾਰ ਲੈਵਲ 'ਤੇ। ਠੀਕ ਹੈ, ਅਤੇ S ਬੰਦਰਾ ਨਾਇਕੇ ਸੀਗੇ ਜਿਹੜੇ ਉਹ ਕੀ ਸੀਗੇ ਜੀ? ਪਹਿਲੀ ਵੂਮੈਨ PM ਪ੍ਰਾਈਮ ਮਿਨਿਸਟਰ ਸੀਗੇ ਜਿਹੜੇ ਵਰਲਡ ਲੈਵਲ 'ਤੇ, ਉਹ S ਬੰਦਰਾ ਨਾਇਕੇ ਸ਼੍ਰੀਲੰਕਾ ਦੇ ਵਿੱਚ ਬਣੇ ਸੀ। ਠੀਕ ਹੈ, ਹੋਰ ਦੱਸ ਦਿੰਦਾ ਤੁਹਾਨੂੰ ਮੈਂ, ਗਿਆਨੀ ਜੈਲ ਸਿੰਘ ਸੀਗੇ ਜਿਹੜੇ ਫਸਟ ਸਿੱਖ ਪ੍ਰੈਜ਼ੀਡੈਂਟ ਸੀਗੇ। ਇਹ ਵੀ ਗੱਲ ਤੁਸੀਂ ਕੀ ਹੈ ਜੀ ਯਾਦ ਰੱਖਣੀ ਹੈ। ਠੀਕ ਹੈ, ਅਤੇ ਆਰ ਵੈਂਕਟ ਰਮਨ ਦੇ ਬਾਰੇ ਤੁਹਾਨੂੰ ਮੈਂ ਦੱਸ ਹੀ ਚੁੱਕਿਆ। ਭਾਰਤ ਦੇ ਪਹਿਲੇ ਰਾਸ਼ਟਰਪਤੀ ਪੇਪਰ 'ਚ ਪੁੱਛ ਲੈਣ ਤਾਂ ਕੌਣ ਸੀਗੇ ਜੀ? ਰਾਜਿੰਦਰ
ਪ੍ਰਸਾਦ ਸੀਗੇ, ਠੀਕ ਹੈ। ਅਤੇ ਲੌਂਗੈਸਟ ਟਨਿਓਰ ਲੰਬਾ ਕਾਰਜਕਾਲ ਕਿਹਦਾ ਸੀਗਾ ਜੀ, ਰਜਿੰਦਰ ਪ੍ਰਸਾਦ ਜੀ ਦਾ ਸੀਗਾ ਜੀ। ਕੌਂਸਟੀਟਿਊਂਟ ਅਸੈਂਬਲੀ ਦੇ ਪਰਮਾਨੈਂਟ ਪ੍ਰੈਜ਼ੀਡੈਂਟ ਸੀਗੇ ਜਿਹੜੇ ਇਹ ਰਜਿੰਦਰ ਪ੍ਰਸਾਦ ਜੀ ਸੀਗੇ। ਹੋਰ ਦੱਸ ਦੇਣਾ ਤੁਹਾਨੂੰ ਮੈਂ, ਰਜਿੰਦਰ ਪ੍ਰਸਾਦ ਤੋਂ ਬਾਅਦ ਰਾਸ਼ਟਰਪਤੀ ਕੌਣ ਬਣੇ ਜੀ, ਜ਼ਾਕਿਰ ਹੁਸੈਨ ਬਣੇ। ਪੇਪਰ 'ਚ ਪੁੱਛ ਲਿਆ ਜਾਂਦਾ ਹੈ। ਜ਼ਾਕਿਰ ਹੁਸੈਨ ਦੇ ਨਾਂ ਤੋਂ ਕੀ ਲੱਗਦਾ ਜੀ, ਫਸਟ ਮੁਸਲਿਮ ਪ੍ਰੈਜ਼ੀਡੈਂਟ ਆਫ ਇੰਡੀਆ। ਭਾਰਤ ਦੇ ਪਹਿਲੇ ਮੁਸਲਿਮ ਰਾਸ਼ਟਰਪਤੀ ਕੌਣ ਸੀਗੇ, ਜ਼ਾਕਿਰ ਹੁਸੈਨ ਸੀਗੇ। ਹੋਰ ਪੇਪਰ ਦੇ ਵਿੱਚ ਪੁੱਛ ਲੈਂਦੇ ਆ ਸ਼ਾਰਟੈਸਟ ਟਨਿਓਰ ਕਿਹਦਾ ਸੀਗਾ ਜੀ, ਤਾਂ ਉਹ ਕਿਹਦਾ ਸੀਗਾ ਜੀ, ਜ਼ਾਕਿਰ ਹੁਸੈਨ ਜੀ ਦਾ ਸੀਗਾ। ਪੇਪਰ 'ਚ ਹੋਰ ਪੁੱਛ ਲੈਂਦਾ ਹੈ ਕਿ ਇਹ ਪਹਿਲੇ ਰਾਸ਼ਟਰਪਤੀ ਸੀਗੇ ਭਾਰਤ ਦੇ ਜਿਨ੍ਹਾਂ ਦੀ ਡੈਥ ਆਫਿਸ ਦੇ ਵਿੱਚ ਹੀ ਹੋ ਗਈ ਸੀ, ਡਾਈਡ ਇਨ ਆਫਿਸ, ਮਤਲਬ ਆਪਣੇ ਕਾਰਜਕਾਲ ਦੇ ਦੌਰਾਨ ਡੈਥ ਹੋ ਗਈ ਸੀਗੀ, ਠੀਕ ਹੈ। ਹੋਰ ਦੱਸ ਦੇਣਾ ਤੁਹਾਨੂੰ ਮੈਂ ਜੀ, ਵੀ ਗਿਰੀ ਫਸਟ ਐਕਟਿੰਗ ਪ੍ਰੈਜ਼ੀਡੈਂਟ, ਪਹਿਲੇ ਐਕਟਿੰਗ ਪ੍ਰੈਜ਼ੀਡੈਂਟ ਸਿੱਧਾ ਪੁੱਛੂਗਾ ਪੇਪਰ ਦੇ ਵਿੱਚ ਕੌਣ ਸੀਗੇ, ਤਾਂ ਵੀ ਗਿਰੀ। ਇਹ ਤੋਂ ਬਾਅਦ ਇਹ ਰਿਜ਼ਾਈਨ ਕਰ ਗਏ ਸੀ ਅਤੇ ਇੰਡੀਪੈਂਡੈਂਟ ਜਿੱਤੇ ਸੀਗੇ। ਫਸਟ ਇੰਡੀਪੈਂਡੈਂਟ ਮਤਲਬ ਪ੍ਰੈਜ਼ੀਡੈਂਟ ਜਿਹੜੇ ਜਿੱਤੇ ਉਹ ਕੌਣ ਜਿੱਤੇ, ਵੀ ਗਿਰੀ। ਹੋਰ ਦੱਸ ਦੇਣਾ ਤੁਹਾਨੂੰ ਮੈਂ, ਨੀਲਮ ਸੰਜੀਵਾ ਰੈਡੀ ਆਪਣੇ ਰਾਸ਼ਟਰਪਤੀ ਰਹਿ ਚੁੱਕੇ ਨੇ ਜੀ। ਯੰਗੈਸਟ ਪ੍ਰੈਜ਼ੀਡੈਂਟ ਪੇਪਰ 'ਚ ਪੁੱਛ ਲੈਣ ਕੌਣ ਸੀ, ਨੀਲਮ ਸੰਜੀਵਾ ਰੈਡੀ। ਅਤੇ ਇਹ ਅਨਅਪੋਜ਼ਡ ਜਿੱਤੇ ਸੀਗੇ ਕਿਉਂਕਿ ਇਹਨਾਂ ਦੇ ਵਿਰੋਧ ਦੇ ਵਿੱਚ ਕੋਈ ਨਹੀਂ ਖੜਾ ਹੋਇਆ ਸੀ, ਠੀਕ ਹੈ ਜੀ। ਐਟ ਪ੍ਰੈਜ਼ੈਂਟ ਜਿਹੜੇ ਆਪਣੇ ਰਾਸ਼ਟਰਪਤੀ ਨੇ ਉਹ ਕੌਣ ਨੇ ਜੀ, ਰਾਮ ਨਾਥ ਕੋਵਿੰਦ ਜੀ ਨੇ, ਠੀਕ ਹੈ ਜੀ। ਇਹ ਗੱਲ ਤੁਸੀਂ ਯਾਦ ਰੱਖਣੀ ਹੈ, ਠੀਕ ਹੈ। 17ਵੀਂ ਜਿਹੜੀ ਆਪਣੀ ਲੋਕ ਸਭਾ ਉਹ ਐਟ ਪ੍ਰੈਜ਼ੈਂਟ ਜਿਹੜੀ ਉਹ ਚੱਲ ਰਹੀ ਹੈ, ਠੀਕ ਹੈ ਜੀ ਗੱਲ। ਲੋਕ ਸਭਾ ਦਾ ਆਰਟੀਕਲ ਕਿਹੜਾ ਜੀ, ਪੇਪਰ 'ਚ ਪੁੱਛ ਲੈਣਗੇ, ਤਾਂ 81 ਨੰਬਰ ਆਰਟੀਕਲ ਹੈ ਲੋਕ ਸਭਾ ਦਾ। 80 ਨੰਬਰ ਆਰਟੀਕਲ ਕਿਹਦਾ ਜੀ, ਰਾਜ ਸਭਾ ਦਾ। 79 ਕਿਹਦੀ ਗੱਲ ਕਰਦਾ ਜੀ, ਪਾਰਲੀਮੈਂਟ ਦੀ ਗੱਲ ਕਰਦਾ ਹੈ, ਠੀਕ ਹੈ ਜੀ। ਤਾਂ ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਸੁਪਰ ਇੰਪੋਰਟੈਂਟ ਕੁਐਸਚਨ ਆ, ਹਰ ਇੱਕ ਦੂਜੇ ਪੇਪਰ ਦੇ ਵਿੱਚ ਦੇਖਿਆ ਜਾਂਦਾ। ਹੂ ਸਮਨਸ ਦਾ ਜੁਆਇੰਟ ਸੈਸ਼ਨ ਆਫ ਪਾਰਲੀਮੈਂਟ। ਪਾਰਲੀਮੈਂਟ ਦਾ ਜੁਆਇੰਟ ਸੈਸ਼ਨ ਹੈ ਜਿਹੜਾ ਉਹ ਕਿਹਦੇ ਦੁਆਰਾ ਸੱਦਿਆ ਜਾਂਦਾ ਹੈ, ਤਾਂ ਇਹਦਾ ਜਿਹੜਾ ਸਹੀ ਆਨਸਰ ਆਊਗਾ ਤਾਂ ਉਹ ਕੀ ਆਊਗਾ ਜੀ, ਪ੍ਰੈਜ਼ੀਡੈਂਟ ਆਊਗਾ, ਠੀਕ ਹੈ। ਸਪੀਕਰ ਆਫ ਲੋਕ ਸਭਾ ਜਿਹੜੇ ਉਹ ਕੀ ਕਰਨਗੇ ਜੀ, ਪ੍ਰੀਜ਼ਾਈਜ਼ਡ ਓਵਰ, ਪੇਪਰ 'ਚ ਟਰਮ ਵਰਤੀ ਜਾਂਦੀ ਹੈ ਪ੍ਰੀਜ਼ਾਈਡਸ ਓਵਰ, ਮਤਲਬ ਉਹਨੂੰ ਲੀਡ ਕਰਨਗੇ ਜਾਂ ਹੈੱਡ ਹੋਣਗੇ, ਕੌਣ ਹੋਣਗੇ ਜੀ, ਸਪੀਕਰ ਆਫ ਲੋਕ ਸਭਾ, ਠੀਕ ਹੈ ਜੀ ਗੱਲ। ਜੁਆਇੰਟ ਸੈਸ਼ਨ ਦਾ ਜਿਹੜਾ ਆਰਟੀਕਲ ਆ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਤਾਂ ਕਿਹੜਾ ਆਰਟੀਕਲ ਹੈ ਜੀ, 108 ਨੰਬਰ ਆਰਟੀਕਲ ਹੈ, ਠੀਕ ਹੈ ਜੀ। 110 ਨੰਬਰ ਆਰਟੀਕਲ ਕਿਹਦਾ ਜੀ, ਮਨੀ ਬਿੱਲ ਦੀ ਗੱਲ ਕਰਦਾ ਹੈ। 110 ਨੰਬਰ ਆਰਟੀਕਲ ਮਨੀ ਬਿੱਲ ਹੈ ਜਿਹੜਾ ਉਹ ਕੌਣ ਦੱਸਦਾ ਵੀ ਬਿੱਲ ਹੈ ਜਿਹੜਾ ਉਹ ਮਨੀ ਬਿੱਲ ਹੈ ਜਾਂ ਕੋਈ ਹੋਰ ਬਿੱਲ ਹੈ, ਤਾਂ ਸਪੀਕਰ ਆਫ ਲੋਕ ਸਭਾ ਦੱਸਦਾ ਜੀ ਮਨੀ ਬਿੱਲ ਹੈ ਜਿਹੜਾ ਉਹ ਬਿੱਲ ਮਨੀ ਬਿੱਲ ਹੈ ਕਿ ਦੂਸਰਾ ਬਿੱਲ ਹੈ, ਠੀਕ ਹੈ ਜੀ ਗੱਲ। ਜਿਹੜਾ ਮਨੀ ਬਿੱਲ ਹੈ ਉਹ ਕੀ ਹੈ ਜੀ, ਸਿਰਫ ਅਤੇ ਸਿਰਫ ਲੋਕ ਸਭਾ ਦੇ ਵਿੱਚ ਹੀ ਆਉਂਦਾ ਹੈ, ਪਰ ਰਾਜ ਸਭਾ ਨੂੰ ਵੀ ਦੇ ਦਿੱਤਾ ਜਾਂਦਾ ਹੈ, ਪਰ ਰਾਜ ਸਭਾ ਇਹਦੇ ਵਿੱਚ ਕੁਛ ਕਰ ਨਹੀਂ ਸਕਦੀ ਜ਼ਿਆਦਾ, ਠੀਕ ਹੈ। ਤਾਂ ਸਿਰਫ ਅਤੇ ਸਿਰਫ 14 ਦਿਨ ਦੇ ਲਈ ਇਹਨੂੰ ਕੀ ਹੈ ਜੀ ਰੱਖ ਸਕਦੀ ਹੈ, ਤਾਂ ਇਹਨਾਂ ਨੂੰ ਵਾਪਸ ਦੇਣਾ ਹੀ ਪਊਗਾ, ਠੀਕ ਹੈ। ਹੋਰ ਦੱਸ ਦੇਣਾ ਤੁਹਾਨੂੰ ਮੈਂ, ਜਿਵੇਂ ਆਪਾਂ ਗੱਲ ਕਰੀਏ 112 ਨੰਬਰ ਆਰਟੀਕਲ, ਦੇਖੋ 3 ਆਰਟੀਕਲ ਤੁਸੀਂ ਇਕੱਠੇ ਯਾਦ ਰੱਖ ਸਕਦੇ ਹੋ, 110 108 112। 112 ਦੇ ਵਿੱਚ ਕਿਹਦੀ ਗੱਲ ਕਰਦੇ ਆ ਜੀ, ਬਜਟ ਦੀ। ਪਰ ਆਪਣੇ ਕੌਨਸਟੀਟਿਊਸ਼ਨ ਦੇ ਵਿੱਚ ਬਜਟ ਨਹੀਂ ਲਿਖਿਆ ਹੋਇਆ ਜੀ, ਕੀ ਲਿਖਿਆ ਹੋਇਆ, ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਹੈ ਜਿਹੜਾ ਉਹ ਲਿਖੀ ਹੋਈ ਹੈ 112 ਨੰਬਰ ਆਰਟੀਕਲ ਦੇ ਵਿੱਚ। ਇਹ ਫਾਈਨਾਂਸ ਮਿਨਿਸਟਰ ਦੇ ਦੁਆਰਾ ਹਰ ਸਾਲ ਕੀ ਹੈ ਜੀ ਪ੍ਰੈਜ਼ੈਂਟ ਕੀਤਾ ਜਾਂਦਾ ਹੈ। 110 ਨੰਬਰ ਆਰਟੀਕਲ ਮੈਂ ਤੁਹਾਨੂੰ ਦੱਸ ਚੁੱਕਿਆ ਮਨੀ ਬਿੱਲ ਦੀ ਗੱਲ ਕਰਦਾ ਜੀ, ਠੀਕ ਹੈ। 108 ਨੰਬਰ ਕਿਹਦੀ ਗੱਲ ਕਰਦਾ ਜੀ, ਜੁਆਇੰਟ ਸੈਸ਼ਨ ਦੀ ਗੱਲ ਕਰਦਾ ਹੈ, ਠੀਕ ਹੈ। ਹੋਰ ਦੱਸ ਦਿੰਦਾ ਜੀ ਤੁਹਾਨੂੰ ਮੈਂ, ਜਿਹੜੇ 2 ਸੈਸ਼ਨਾਂ ਦੇ ਵਿਚਕਾਰ ਜਿਹੜਾ ਸਮਾਂ ਹੋਣਾ ਚਾਹੀਦਾ ਉਹ ਵੱਧ ਤੋਂ ਵੱਧ 6 ਮਹੀਨੇ ਹੋਣਾ ਚਾਹੀਦਾ ਜੀ, ਠੀਕ ਹੈ ਜੀ ਗੱਲ। ਅਤੇ ਰਾਸ਼ਟਰਪਤੀ ਦੀ ਚੋਣ ਵੀ ਜਿਹੜੀ 6 ਮਹੀਨਿਆਂ ਤੋਂ ਪਹਿਲਾਂ ਜਿਹੜੀ ਕਰਾਉਣੀ ਜ਼ਰੂਰੀ ਹੁੰਦੀ ਹੈ। ਹੋਰ ਦੱਸ ਦਿੰਦਾ ਜੀ ਮੈਂ ਤੁਹਾਨੂੰ, ਆਪਣੇ 3 ਤਰ੍ਹਾਂ ਦੇ ਸੈਸ਼ਨ ਹੁੰਦੇ ਨੇ ਜੀ, ਸਮਰ ਸੈਸ਼ਨ, ਮੌਨਸੂਨ ਸੈਸ਼ਨ ਅਤੇ ਵਿੰਟਰ ਸੈਸ਼ਨ, ਠੀਕ ਹੈ। ਸਮਰ ਸੈਸ਼ਨ ਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਜੀ, ਬਜਟ ਸੈਸ਼ਨ ਵੀ ਕਿਹਾ ਜਾਂਦਾ ਹੈ। ਇਹ ਕਦੋਂ ਤੋਂ ਕਦੋਂ ਤੱਕ ਚੱਲਦਾ ਜੀ, ਫੈਬ ਟੂ ਮਈ ਤੱਕ ਚੱਲਦਾ ਹੈ, ਠੀਕ ਹੈ ਜੀ। ਮੌਨਸੂਨ ਸੈਸ਼ਨ ਹੈ ਜਿਹੜਾ ਉਹ ਕਦੋਂ ਤੱਕ ਚੱਲਦਾ ਜੀ, ਜੁਲਾਈ ਅਗਸਤ ਤੱਕ, ਠੀਕ ਹੈ। ਜਿਹੜਾ ਵਿੰਟਰ ਸੈਸ਼ਨ ਹੈ ਜੀ ਉਹ ਨਵੰਬਰ ਦਸੰਬਰ ਦੇ ਮਹੀਨੇ ਦੇ ਵਿੱਚ ਹੈ ਜਿਹੜਾ ਉਹ ਚੱਲਦਾ ਹੈ, ਠੀਕ ਹੈ ਜੀ। ਤਾਂ ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਆਰਟੀਕਲ ਆਫ ਨੈਸ਼ਨਲ ਐਮਰਜੈਂਸੀ ਇਜ਼, ਨੈਸ਼ਨਲ ਐਮਰਜੈਂਸੀ ਦਾ ਜਿਹੜਾ ਆਰਟੀਕਲ ਆ ਉਹ ਪੇਪਰ ਦੇ ਵਿੱਚ ਪੁੱਛਿਆ ਹੋਇਆ ਤੁਹਾਨੂੰ ਜੀ, ਠੀਕ ਹੈ। ਤਾਂ ਕਿਹੜਾ ਆਰਟੀਕਲ ਹੈ ਜੀ ਨੈਸ਼ਨਲ ਐਮਰਜੈਂਸੀ ਦੀ ਗੱਲ ਕਰਦਾ, ਤਾਂ ਆਰਟੀਕਲ 352 ਜਿਹੜਾ ਉਹ ਨੈਸ਼ਨਲ ਐਮਰਜੈਂਸੀ ਦੀ ਗੱਲ ਕਰਦਾ। 3 ਤਰ੍ਹਾਂ ਦੀਆਂ ਸਾਡੀਆਂ ਐਮਰਜੈਂਸੀਜ਼ ਨੇ, ਠੀਕ ਹੈ, ਪੇਪਰ 'ਚ ਪੁੱਛ ਲੈਂਦੇ ਨੇ। ਤਾਂ ਕਿਹੜੀਆਂ ਜੀ, ਨੈਸ਼ਨਲ ਐਮਰਜੈਂਸੀ, ਸਟੇਟ ਐਮਰਜੈਂਸੀ ਅਤੇ ਫਾਈਨੈਂਸ਼ੀਅਲ ਐਮਰਜੈਂਸੀ। ਤਿੰਨਾਂ ਦੇ ਆਰਟੀਕਲ ਆ ਜਿਹੜੇ ਉਹ ਤੁਸੀਂ ਇਕੱਠੇ ਯਾਦ ਰੱਖਣੇ ਆ, 352 4 ਦੇ ਫਰਕ ਨਾਲ। ਸਟੇਟ ਐਮਰਜੈਂਸੀ 356,
ਤੇ ਫਾਈਨੈਂਸ਼ੀਅਲ ਐਮਰਜੈਂਸੀ 360। ਠੀਕ ਹੈ, ਨੈਸ਼ਨਲ ਐਮਰਜੈਂਸੀ ਆਪਣੇ 3 ਵਾਰ ਲੱਗੀ ਹੈ ਜੀ। ਕਦੋਂ 1962 ਦੇ ਵਿੱਚ, 1971 ਦੇ ਵਿੱਚ ਅਤੇ 75 ਦੇ ਵਿੱਚ। 62 ਦੇ ਵਿੱਚ ਇੰਡੀਆ ਅਤੇ ਚਾਈਨਾ ਦੀ ਲੜਾਈ ਹੋਈ ਸੀ। 71 ਦੇ ਵਿੱਚ ਇੰਡੀਆ ਪਾਕਿਸਤਾਨ ਦੀ ਲੜਾਈ ਹੋਈ ਸੀ। 71 ਤੋਂ ਹੋਰ ਕੀ ਯਾਦ ਰੱਖ ਸਕਦੇ ਹੋ, ਬੰਗਲਾਦੇਸ਼ ਹੈ ਜਿਹੜਾ ਉਹ 1971 ਦੇ ਵਿੱਚ ਹੀ ਬਣਿਆ ਸੀਗਾ। ਠੀਕ ਹੈ, 75 ਦੇ ਵਿੱਚ ਇੰਟਰਨਲ ਜਿਹੜੀ ਡਿਸਟਰਬੈਂਸ ਹੋ ਗਈ ਸੀਗੀ, ਉਹਦੇ ਕਾਰਨ ਕੀ ਹੈ ਜੀ, ਇਹ ਜਿਹੜੀ ਨੈਸ਼ਨਲ ਐਮਰਜੈਂਸੀ ਹੈ ਉਹ ਲਾਈ ਗਈ ਸੀ। ਠੀਕ ਹੈ, ਹੋਰ ਸੁਣ ਲਓ ਜੀ, ਜਿਹੜੀ ਸਟੇਟ ਐਮਰਜੈਂਸੀ ਹੈ, ਠੀਕ ਹੈ, ਉਹਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਜੀ, ਪ੍ਰੈਜ਼ੀਡੈਂਟ ਰੂਲ ਵੀ ਕਿਹਾ ਜਾਂਦਾ। 356 ਨੰਬਰ ਆਰਟੀਕਲ ਹੈ ਜੀ। ਠੀਕ ਹੈ, ਸਾਰਿਆਂ ਨਾਲੋਂ ਵੱਧ ਵਾਰ ਜਿਹੜੀ ਸਟੇਟ ਐਮਰਜੈਂਸੀ ਉਹ ਕਿੱਥੇ ਲੱਗੀ ਹੈ ਜੀ, ਯੂਪੀ ਦੇ ਵਿੱਚ ਲੱਗੀ ਹੈ 10 ਵਾਰ, ਬਿਹਾਰ ਦੇ ਵਿੱਚ ਲੱਗੀ ਹੈ ਉਦੋਂ ਬਾਅਦ ਕਿੰਨੇ ਵਾਰ, 9 ਵਾਰ, ਫਿਰ ਲੱਗੀ ਹੈ ਕੇਰਲਾ ਦੇ ਵਿੱਚ 8 ਵਾਰ, ਫਿਰ ਪੰਜਾਬ ਦੇ ਵਿੱਚ ਵੀ ਕਿੰਨੇ ਵਾਰ ਲੱਗੀ ਹੈ ਜੀ, 8 ਵਾਰ। ਤਾਂ ਪੇਪਰ 'ਚ ਪੁੱਛ ਸਕਦੇ ਨੇ। ਠੀਕ ਹੈ, ਸਾਰਿਆਂ ਨਾਲੋਂ ਪਹਿਲੀ ਸਟੇਟ ਐਮਰਜੈਂਸੀ ਕਿੱਥੇ ਲੱਗੀ, ਤਾਂ ਪੇਪਰ 'ਚ ਪੁੱਛ ਲੈਣਗੇ ਪੰਜਾਬ ਦੇ ਵਿੱਚ। ਸਾਰਿਆਂ ਨਾਲੋਂ ਲੰਬੀ ਜਿਹੜੀ ਸਟੇਟ ਐਮਰਜੈਂਸੀ ਲੱਗੀ ਉਹ ਕਿੱਥੇ ਲੱਗੀ ਜੀ, ਉਹ ਵੀ ਪੰਜਾਬ ਦੇ ਵਿੱਚ ਲੱਗੀ ਹੈ। ਠੀਕ ਹੈ, ਇੰਨੀ ਗੱਲ ਤੁਸੀਂ ਯਾਦ ਰੱਖਣੀ ਹੈ। ਹੋਰ ਸੁਣ ਲਓ ਜੀ, ਫਾਈਨੈਂਸ਼ੀਅਲ ਐਮਰਜੈਂਸੀ ਦਾ ਜਿਹੜਾ ਆਰਟੀਕਲ ਆ ਉਹ ਕਿਹੜਾ ਆਰਟੀਕਲ ਹੈ ਜੀ, 360 ਨੰਬਰ ਆਰਟੀਕਲ ਹੈ। ਫਾਈਨੈਂਸ਼ੀਅਲ ਐਮਰਜੈਂਸੀ ਪੇਪਰ 'ਚ ਪੁੱਛ ਲੈਣਗੇ ਭਾਰਤ 'ਚ ਕਿੰਨੇ ਵਾਰ ਲੱਗੀ ਹੈ, ਤਾਂ 1 ਵਾਰ ਵੀ ਨਹੀਂ ਲੱਗੀ ਫਾਈਨੈਂਸ਼ੀਅਲ ਐਮਰਜੈਂਸੀ। ਠੀਕ ਹੈ ਜੀ, ਇੱਕ ਕੁਐਸਚਨ ਤੁਹਾਨੂੰ ਹੋਰ ਦੱਸ ਦੇਣਾ, ਹੂ ਇਜ਼ ਦਾ ਸੁਪਰੀਮ ਕਮਾਂਡਰ ਆਫ ਆਲ ਫੋਰਸਿਸ, ਮਤਲਬ ਫੋਰਸਿਸ ਆਪਣੀਆਂ ਕਿੰਨੀਆਂ ਨੇ ਜੀ, 3 ਨੇ, ਨੇਵੀ, ਆਰਮੀ ਅਤੇ ਏਅਰ ਫੋਰਸ। ਇਹਨਾਂ ਦਾ ਜਿਹੜਾ ਸੁਪਰੀਮ ਕਮਾਂਡਰ ਹੁੰਦਾ ਉਹ ਕੌਣ ਹੁੰਦਾ, ਪੇਪਰ 'ਚ ਪੁੱਛ ਲੈਣਗੇ, ਤਾਂ ਪ੍ਰੈਜ਼ੀਡੈਂਟ ਹੁੰਦੇ ਨੇ। ਠੀਕ ਹੈ ਜੀ, ਤਾਂ ਆਪਾਂ ਆਰਮੀ ਦੇ ਬਾਰੇ ਮੈਂ ਤੁਹਾਨੂੰ ਥੋੜ੍ਹਾ ਦੱਸ ਦੇਣਾ। ਆਰਮੀ ਦੀ ਜਿਹੜੀ ਵੈਸਟਰਨ ਕਮਾਂਡ ਆ ਉਹ ਕਿੱਥੇ ਹੈ ਜੀ, ਚੰਡੀਗੜ੍ਹ ਦੇ ਵਿੱਚ ਹੈ। ਠੀਕ ਹੈ, ਇੱਥੇ ਲਿਖੋ ਧਿਆਨ ਦੇ ਨਾਲ, ਆਰਮੀ ਦੀ ਜਿਹੜੀ ਵੈਸਟਰਨ ਕਮਾਂਡ ਹੈ, ਠੀਕ ਹੈ, ਉਹ ਕਿੱਥੇ ਹੈ ਜੀ, ਚੰਡੀਗੜ੍ਹ ਦੇ ਵਿੱਚ ਹੈ। ਪੇਪਰ 'ਚ ਪੁੱਛਦੇ ਨੇ। ਨੌਰਦਰਨ ਕਮਾਂਡ ਪੇਪਰ 'ਚ ਪੁੱਛ ਲੈਣ ਕਿੱਥੇ ਹੈ ਜੀ, ਤਾਂ ਉਧਮਪੁਰ ਦੇ ਵਿੱਚ ਹੈ। ਠੀਕ ਹੈ ਜੀ, ਸਾਊਦਰਨ ਕਮਾਂਡ ਪੇਪਰ 'ਚ ਪੁੱਛ ਲੈਣ ਤਾਂ ਕਿੱਥੇ ਹੈ ਜੀ, ਪੂਨੇ ਦੇ ਵਿੱਚ ਹੈ। ਠੀਕ ਹੈ ਜੀ, ਅਤੇ ਜੇ ਪੁੱਛ ਲੈਣ ਈਸਟਰਨ ਕਮਾਂਡ ਕਿੱਥੇ ਹੈ ਜੀ, ਤਾਂ ਤੁਸੀਂ ਕਹੋਗੇ ਜੀ ਕਲਕੱਤਾ ਦੇ ਵਿੱਚ ਹੈ। ਠੀਕ ਹੈ, ਅਤੇ ਜੇ ਤੁਹਾਨੂੰ ਪੁੱਛ ਲੈਣ ਸੈਂਟਰਲ ਕਮਾਂਡ ਕਿੱਥੇ ਹੈ ਜੀ, ਤਾਂ ਤੁਸੀਂ ਕਹੋਗੇ ਜੀ ਲਖਨਊ ਦੇ ਵਿੱਚ। ਠੀਕ ਹੈ ਜੀ, ਆਪਣੀ ਜਿਹੜੀ ਪਹਿਲਾਂ ਰਾਜਧਾਨੀ ਹੁੰਦੀ ਸੀ ਉਹ ਕੀ ਹੁੰਦੀ ਸੀ ਜੀ, ਕਲਕੱਤਾ ਹੁੰਦੀ ਸੀ। ਕਲਕੱਤਾ ਤੋਂ ਬਾਅਦ ਕਿਹੜੀ ਸ਼ਿਫਟ ਕਰਤੀ ਜੀ, ਦਿੱਲੀ ਕਰਤੀ। ਠੀਕ ਹੈ ਜੀ, ਤਾਂ ਕਿਹਨੇ ਕੀਤੀ, ਲਾਰਡ ਹਾਰਡਿੰਗ ਨੇ। ਇਹ ਵੀ ਗੱਲ ਤੁਸੀਂ ਯਾਦ ਰੱਖਿਓ। ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਡਾਈਡ ਇਨ ਆਫਿਸ, ਕਹਿੰਦੇ ਭਾਰਤ ਦੇ ਉਪ ਰਾਸ਼ਟਰਪਤੀ ਦੱਸੋ ਜਿਨ੍ਹਾਂ ਦੀ ਡੈਥ ਹੈ ਜਿਹੜੀ ਆਫਿਸ ਦੇ ਦੌਰਾਨ ਹੋ ਗਈ। ਤਾਂ ਇਹਦਾ ਜਿਹੜਾ ਪਹਿਲਾਂ ਆਪਾਂ ਜਵਾਬ ਲੈ ਲੈਂਦੇ ਹਾਂ ਉਹ ਕੀ ਹੈ ਜੀ, ਕ੍ਰਿਸ਼ਨ ਕਾਂਤ। ਇਹਦਾ ਸਹੀ ਆਨਸਰ ਆਊਗਾ ਸੀ ਆਪਸ਼ਨ। ਠੀਕ ਹੈ ਜੀ, ਤਾਂ ਹੋਰ ਮੈਂ ਤੁਹਾਨੂੰ ਦੱਸ ਦਿੰਦਾ ਹੁਣ ਮੈਂ ਵਾਈਸ ਪ੍ਰੈਜ਼ੀਡੈਂਟ ਦੇ ਬਾਰੇ। ਵਾਈਸ ਪ੍ਰੈਜ਼ੀਡੈਂਟ ਦੇ ਬਾਰੇ ਤੁਸੀਂ ਕੀ ਯਾਦ ਰੱਖਣਾ ਜੀ, ਆਰਟੀਕਲ 63 ਹੈ ਜਿਹੜਾ ਕਿਹਦੀ ਗੱਲ ਕਰਦਾ, ਦੇਅਰ ਸ਼ੈਲ ਵੀ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ, ਭਾਰਤ ਦਾ ਉਪ ਰਾਸ਼ਟਰਪਤੀ ਹੋਵੇਗਾ। ਆਰਟੀਕਲ 64 ਯਾਦ ਰੱਖ ਸਕਦੇ ਹੋ ਜੀ, ਐਕਸ ਅਫੀਸ਼ੀਓ ਚੇਅਰਮੈਨ ਆਫ ਰਾਜ ਸਭਾ। ਪੇਪਰ 'ਚ ਪੁੱਛ ਲੈਣਗੇ ਕੌਣ ਹੁੰਦੇ ਆ ਜੀ, ਉਪ ਰਾਸ਼ਟਰਪਤੀ ਹੁੰਦੇ ਆ। ਆਰਟੀਕਲ ਕਿਹੜਾ ਜੀ, 64 ਨੰਬਰ ਆਰਟੀਕਲ ਹੈ। ਐਟ ਪ੍ਰੈਜ਼ੈਂਟ ਕੌਣ ਨੇ ਜੀ, ਆਪਣੇ ਰਾਸ਼ਟਰਪਤੀ ਵੈਂਕਈਆ ਨਾਇਡੂ। ਠੀਕ ਹੈ ਜੀ, ਅਤੇ ਪਹਿਲੇ ਉਪ ਰਾਸ਼ਟਰਪਤੀ ਕੌਣ ਸੀਗੇ ਜੀ, ਐਸ ਰਾਧਾ ਕ੍ਰਿਸ਼ਨਨ। ਠੀਕ ਹੈ ਜੀ, ਇਹ ਗੱਲ ਵੀ ਤੁਸੀਂ ਯਾਦ ਰੱਖਣੀ ਹੈ। ਹੋਰ ਸੁਣ ਲਓ ਜੀ, ਐਸ ਰਾਧਾ ਕ੍ਰਿਸ਼ਨਨ ਬਾਰੇ ਮੈਂ ਦੱਸ ਚੁੱਕਿਆ, ਅਤੇ ਐਸ ਰਾਧਾ ਕ੍ਰਿਸ਼ਨਨ ਨੂੰ ਪਹਿਲਾ ਭਾਰਤ ਰਤਨ ਮਿਲਿਆ ਸੀਗਾ। ਇਹਨਾਂ ਦੇ ਨਾਲ 2 ਹੋਰ ਵੀ ਸੀਗੇ ਜੀ, CV ਰਮਨ ਜੀ ਨੂੰ ਵੀ ਮਿਲਿਆ ਸੀ, ਅਤੇ ਸੀ ਰਾਜਾ ਗੋਪਾਲਚਾਰੀ ਜੀ ਨੂੰ ਵੀ ਕੀ ਹੈ ਜੀ, ਜਿਹੜਾ ਪਹਿਲਾ ਭਾਰਤ ਰਤਨ ਉਹ ਮਿਲਿਆ ਸੀਗਾ। ਠੀਕ ਹੈ, ਐਸ ਰਾਧਾ ਕ੍ਰਿਸ਼ਨਨ ਦਾ ਕੀ ਹੈ ਜੀ, ਆਪਣੇ ਰਾਸ਼ਟਰਪਤੀ ਨੇ ਜਿਹੜੇ, ਇਹਨਾਂ ਦਾ ਲੌਂਗੈਸਟ ਟਨਿਓਰ ਆ ਜੀ ਵਾਈਸ ਪ੍ਰੈਜ਼ੀਡੈਂਟ ਦਾ। ਠੀਕ ਹੈ, ਇਹ ਵੀ ਗੱਲ ਤੁਸੀਂ ਯਾਦ ਰੱਖ ਸਕਦੇ ਹੋ। ਜ਼ਾਕਿਰ ਹੁਸੈਨ ਆਪਣੇ ਰਾਸ਼ਟਰਪਤੀ ਰਹੇ ਨੇ, ਅਤੇ ਇਹ ਕੀ ਸੀਗੇ ਜੀ, ਆਪਣੇ ਮੁਸਲਿਮ ਰਾਸ਼ਟਰਪਤੀ ਸੀਗੇ। ਪਹਿਲੇ ਸ਼ਾਰਟੈਸਟ ਟਨਿਓਰ ਇਹਨਾਂ ਦਾ ਜੀ। ਠੀਕ ਹੈ, ਅਤੇ ਇਹ ਡਾਈਡ ਇਨ ਆਫਿਸ, ਆਪਣੇ ਕਾਰਜਕਾਲ ਦੌਰਾਨ ਇਹਨਾਂ ਦੀ ਡੈਥ ਹੈ ਜਿਹੜੀ ਉਹ ਹੋ ਗਈ ਸੀ। ਕ੍ਰਿਸ਼ਨ ਕਾਂਤ ਮੈਂ ਤੁਹਾਨੂੰ ਦੱਸ ਚੁੱਕਿਆ ਜੀ। ਠੀਕ ਹੈ, ਡਾਈਡ ਇਨ ਆਫਿਸ ਆ ਵਾਈਸ ਪ੍ਰੈਜ਼ੀਡੈਂਟ। ਠੀਕ ਹੈ, VV ਗਿਰੀ ਨੇ ਜਿਹੜੇ ਇੰਡੀਪੈਂਡੈਂਟ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਜੀ। ਠੀਕ ਹੈ, ਅਤੇ ਐਕਟਿੰਗ ਪ੍ਰੈਜ਼ੀਡੈਂਟ ਆਫ, ਪਹਿਲੇ ਐਕਟਿੰਗ ਪ੍ਰੈਜ਼ੀਡੈਂਟ ਪੇਪਰ 'ਚ ਪੁੱਛ ਲੈਣ ਕੌਣ ਸੀਗੇ, VV ਗਿਰੀ। ਠੀਕ ਹੈ ਜੀ, ਤਾਂ ਇੱਕ ਮੈਨੂੰ ਐਸ ਰਾਧਾ ਕ੍ਰਿਸ਼ਨਨ ਤੋਂ ਹੋਰ ਗੱਲ ਯਾਦ ਆਉਂਦੀ ਹੈ ਜੀ, ਇੱਕ ਰਾਧਾ ਕ੍ਰਿਸ਼ਨਨ ਕਮਿਸ਼ਨ ਬਣਿਆ ਸੀਗਾ। ਰਾਧਾ ਕ੍ਰਿਸ਼ਨਨ ਕਮਿਸ਼ਨ ਪੇਪਰ 'ਚ ਪੁੱਛ ਲੈਂਦੇ ਆ, ਜਿੰਨੀ ਮੈਂ ਇਨਫੋਰਮੇਸ਼ਨ ਦਈ ਹੈ ਨਾ ਇਹ ਸਾਰੀ ਇੰਪੋਰਟੈਂਟ ਹੈ ਜੀ। ਠੀਕ ਹੈ, ਡਾਇਰੈਕਟ ਆ ਸਕਦੇ ਪੇਪਰ 'ਚ। ਰਾਧਾ ਕ੍ਰਿਸ਼ਨਨ ਕਮਿਸ਼ਨ ਸੀਗਾ ਜਿਹੜਾ 1948 ਦੇ ਵਿੱਚ ਬਣਿਆ ਸੀਗਾ। ਐਜੂਕੇਸ਼ਨ ਦੇ ਨਾਲ ਸੰਬੰਧਿਤ ਇਹ ਕਮਿਸ਼ਨ ਹੈ। ਠੀਕ ਹੈ, ਤਾਂ ਇਹਦੇ ਵਿੱਚ ਕੀ ਦੱਸਿਆ ਸੀਗਾ ਜੀ, ਮਤਲਬ ਜਿਹੜੇ ਸਿਖਿਆਰਥੀ ਨੇ ਜਾਂ ਬੱਚੇ ਨੇ ਉਹਨਾਂ ਨੂੰ ਕੀ ਹੈ ਜੀ, ਟੈਕਨੀਕਲ ਐਜੂਕੇਸ਼ਨ ਹੈ ਜਿਹੜੀ ਉਹ ਪ੍ਰਮੋਟ ਕੀਤੀ ਜਾਵੇ। ਉਹ ਰਾਧਾ ਕ੍ਰਿਸ਼ਨਨ ਕਮਿਸ਼ਨ ਹੈ ਜਿਹੜਾ ਉਹ ਇਹਦੇ ਸੰਬੰਧਿਤ ਜਿਹੜਾ ਬਣਿਆ ਸੀ, ਪੇਪਰ 'ਚ ਯਾਦ ਰੱਖ ਲਿਓ। ਠੀਕ ਹੈ, ਇੱਕ ਮੈਂ ਤੁਹਾਨੂੰ ਹੋਰ ਦੱਸ ਦਿੰਦਾ, ਕੋਠਾਰੀ ਕਮਿਸ਼ਨ। ਇਹ ਪੁੱਛ ਸਕਦੇ ਆ ਜੀ ਪੇਪਰ ਦੇ ਵਿੱਚ, PPSC ਦੇ ਵਿੱਚ ਤਾਂ ਬੇਸਿਕਲੀ ਬਹੁਤ ਜ਼ਿਆਦਾ ਪੁੱਛਦੇ ਨੇ। ਕੋਠਾਰੀ ਕਮਿਸ਼ਨ ਕਦੋਂ ਬੈਠਾ ਜੀ,
64 ਦੇ ਵਿੱਚ ਬੈਠਾ, ਠੀਕ ਹੈ। ਅਤੇ ਇਹ ਕੀ ਗੱਲ ਕਰਦਾ ਸੀ ਜੀ 6% ਹੈ ਜਿਹੜਾ ਉਹ ਕੀ ਕੀਤਾ ਜਾਵੇ 14 ਸਾਲ ਤੱਕ ਬੱਚਿਆਂ ਨੂੰ ਪੜ੍ਹਾਈ ਦੇ ਉੱਤੇ ਮਤਲਬ 6% ਜਿਹੜੀ ਇਨਕਮ ਦਾ ਹਿੱਸਾ ਜੀ ਉਹ ਕੀ ਹੈ ਰੱਖਿਆ ਜਾਵੇ ਬੱਚਿਆਂ ਦੀ ਪੜ੍ਹਾਈ ਦੇ ਲਈ, ਠੀਕ ਹੈ ਜੀ। ਤਾਂ ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਹੂ ਇਜ਼ ਦਾ ਡੀ ਫੈਕਟੋ ਐਗਜ਼ੀਕਿਊਟਿਵ। ਡੀ ਫੈਕਟੋ ਦੇਖੋ ਪਹਿਲਾਂ ਮੈਂ ਸਮਝਾ ਦਾਂ ਥੋੜ੍ਹਾ ਜਿਹਾ। ਡੀ ਫੈਕਟੋ ਹੁੰਦਾ ਜੀ, ਠੀਕ ਹੈ, ਦੋ ਟਰਮਾਂ ਯਾਦ ਰੱਖਣੀਆਂ। ਇੱਕ ਤੁਸੀਂ ਯਾਦ ਰੱਖਣਾ ਡੀ ਜ਼ੁਰੇ। ਡੀ ਫੈਕਟੋ ਕੀ ਹੁੰਦੇ ਆ ਜੀ ਅਸਲੀ ਮੁਖੀ, ਠੀਕ ਹੈ। ਡੀ ਜ਼ੁਰੇ ਕੀ ਹੁੰਦੇ ਆ ਜੀ ਸਿਰਫ ਨਾਮ ਮਾਤਰ, ਠੀਕ ਹੈ। ਤਾਂ ਡੀ ਫੈਕਟੋ ਕਾਰਜਪਾਲਿਕਾ ਦੇ ਕੌਣ ਹੁੰਦੇ ਆ ਜੀ ਪ੍ਰਾਈਮ ਮਿਨਿਸਟਰ। ਅਸਲੀ ਮੁਖੀ ਕੌਣ ਹੁੰਦੇ ਹੈਗੇ ਪ੍ਰਾਈਮ ਮਿਨਿਸਟਰ ਹੁੰਦੇ ਆ। ਸਿਰਫ ਨਾਮ ਦੇ ਕੌਣ ਹੁੰਦੇ ਆ ਜੀ ਪ੍ਰੈਜ਼ੀਡੈਂਟ ਹੁੰਦੇ ਆ। ਤਾਂ ਇਹਦਾ ਜਿਹੜਾ ਸਹੀ ਜਵਾਬ ਆਊਗਾ ਉਹ ਕੀ ਆਊਗਾ ਜੀ ਬੀ ਆਪਸ਼ਨ ਪ੍ਰਾਈਮ ਮਿਨਿਸਟਰ ਆਊਗਾ, ਠੀਕ ਹੈ ਜੀ। ਪ੍ਰਾਈਮ ਮਿਨਿਸਟਰ ਆਪਣੇ ਐਟ ਪ੍ਰੈਜ਼ੈਂਟ ਕੌਣ ਨੇ ਜੀ ਨਰਿੰਦਰ ਮੋਦੀ ਜੀ ਨੇ, ਠੀਕ ਹੈ ਜੀ। ਇਹ ਗੱਲ ਯਾਦ ਰੱਖਣੀ ਹੈ। ਪ੍ਰੈਜ਼ੀਡੈਂਟ ਦੇ ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਸਮਝਾ ਦਿੰਦਾ। ਪ੍ਰੈਜ਼ੀਡੈਂਟ ਦਾ ਜਿਹੜਾ ਆਰਟੀਕਲ ਆ ਉਹ ਕੀ ਹੈ ਜੀ 52 ਨੰਬਰ ਆਰਟੀਕਲ ਹੈ, 54 ਨੰਬਰ ਆਰਟੀਕਲ ਹੈ, 58 ਨੰਬਰ ਆਰਟੀਕਲ ਹੈ ਅਤੇ 61 ਨੰਬਰ। ਇਹ ਚਾਰੇ ਕੀ ਹੈ ਜੀ ਰਾਸ਼ਟਰਪਤੀ ਦੇ ਨਾਲ ਸੰਬੰਧਿਤ ਨੇ। ਕਿਵੇਂ ਯਾਦ ਰੱਖੋਗੇ 52 ਦੇ ਵਿੱਚ ਕਿਹਦੀ ਗੱਲ ਕਰਦਾ ਜੀ ਕਿ ਭਾਰਤ ਦਾ ਇੱਕ ਰਾਸ਼ਟਰਪਤੀ ਹੋਵੇਗਾ, ਇਹ ਗੱਲ ਯਾਦ ਰੱਖਣੀ ਹੈ। 54 ਦੇ ਵਿੱਚ ਇਲੈਕਸ਼ਨ ਆਫ ਪ੍ਰੈਜ਼ੀਡੈਂਟ ਹੋਊਗਾ, 58 ਦੇ ਵਿੱਚ ਕੁਆਲੀਫਿਕੇਸ਼ਨ ਹੋਊਗੀ, 61 ਦੇ ਵਿੱਚ ਕੀ ਹੋਊਗਾ ਜੀ ਇੰਪੀਚਮੈਂਟ ਹੋਊਗੀ, ਹਟਾਇਆ ਕਿਵੇਂ ਜਾ ਸਕਦਾ ਹੈ, ਠੀਕ ਹੈ। ਹੋਰ ਦੱਸ ਦਿੰਦਾ ਤੁਹਾਨੂੰ ਮੈਂ ਪ੍ਰੈਜ਼ੀਡੈਂਟ ਬਣਨ ਦੇ ਲਈ 15,000 ਰੁਪਈਆ ਜਿਹੜੀ ਸਿਕਿਉਰਿਟੀ ਹੈ ਉਹ ਕੀ ਹੈ ਜੀ RBI ਨੂੰ ਡਿਪੋਜ਼ਿਟ ਹੈ ਜਿਹੜੀ ਉਹ ਕਰਾਉਣੀ ਪਊਗੀ, ਇਹ ਗੱਲ ਯਾਦ ਰੱਖਣੀ ਹੈ ਤੁਸੀਂ। ਪ੍ਰੈਜ਼ੀਡੈਂਟ ਦੇ ਨਾਲ ਜਿਹੜੇ ਸੰਬੰਧਿਤ ਡਿਸਪਿਊਟਸ ਨੇ ਮਤਲਬ ਇਲੈਕਸ਼ਨ ਆਫ ਪ੍ਰੈਜ਼ੀਡੈਂਟ ਦੇ ਵਿੱਚ ਜੇ ਡਿਸਪਿਊਟ ਪੈ ਜੇ ਤਾਂ ਉਹ ਕਿੱਥੇ ਸੋਲਵ ਹੋਊਗਾ ਜੀ ਸੁਪਰੀਮ ਕੋਰਟ ਦੇ ਵਿੱਚ। ਉਹਨੂੰ ਸੁਪਰੀਮ ਕੋਰਟ ਆ ਜਿਹੜੀ ਉਹ ਸੋਲਵ ਕਰੂਗੀ, ਠੀਕ ਹੈ। ਹੋਰ ਦੱਸ ਦਿੰਦਾ ਆਪਸ਼ਨ ਦੇ ਵਿੱਚ ਪਿਆ ਅਟੋਰਨੀ ਜਨਰਲ। ਅਟੋਰਨੀ ਜਨਰਲ ਦਾ ਜਿਹੜਾ ਆਰਟੀਕਲ ਹੈ ਜੀ ਪੇਪਰ 'ਚ ਪੁੱਛ ਲੈਣ ਤਾਂ ਕਿਹੜਾ ਆਰਟੀਕਲ ਹੈ ਜੀ ਆਰਟੀਕਲ 76। ਹਾਈਐਸਟ ਲਾ ਆਫਿਸਰ ਆਫ ਇੰਡੀਆ ਪੇਪਰ 'ਚ ਪੁੱਛ ਲੈਣ ਤਾਂ ਕੌਣ ਹੁੰਦਾ ਜੀ ਅਟੋਰਨੀ ਜਨਰਲ, ਠੀਕ ਹੈ। ਭਾਰਤ ਦੇ ਪਹਿਲੇ ਅਟੋਰਨੀ ਜਨਰਲ ਕੌਣ ਸੀਗੇ ਜੀ ਪੇਪਰ 'ਚ ਪੁੱਛ ਸਕਦੇ ਆ MC ਸਟੈਲਾਬਾਦ, ਠੀਕ ਹੈ। ਐਟ ਪ੍ਰੈਜ਼ੈਂਟ ਅਟੋਰਨੀ ਜਨਰਲ ਕੌਣ ਨੇ ਜੀ ਤਾਂ KK ਵੇਣੂਗੋਪਾਲ ਨੇ, ਠੀਕ ਹੈ ਜੀ। ਇਹਨਾਂ ਦਾ ਟਨਿਓਰ ਹੁੰਦਾ ਜਿਹੜਾ ਡਿਊ ਟੂ ਪਲੈਜ਼ਰ ਆਫ ਪ੍ਰੈਜ਼ੀਡੈਂਟ ਹੁੰਦਾ ਹੈ, ਠੀਕ ਹੈ। ਇਹ ਵੀ ਗੱਲ ਤੁਸੀਂ ਯਾਦ ਰੱਖਣੀ ਹੈ, ਠੀਕ ਹੈ। ਇਹ ਕੀ ਹੈ ਜੀ ਮੈਂਬਰ ਨਹੀਂ ਹੁੰਦੇ, ਕੈਬਨਿਟ ਦਾ ਹਿੱਸਾ ਨਹੀਂ ਹੁੰਦੇ, ਬਟ ਹੀ ਹੈਜ਼ ਰਾਈਟ ਟੂ ਸਪੀਕ ਇਨ ਪਾਰਲੀਮੈਂਟ। ਸਦਨ ਦੇ ਵਿੱਚ ਕੀ ਹੈ ਜੀ ਇਹ ਬੋਲ ਸਕਦੇ ਨੇ, ਠੀਕ ਹੈ ਜੀ। ਪਰ ਇਹਨਾਂ ਕੋਲ ਵੋਟਿੰਗ ਦਾ ਰਾਈਟ ਆ ਜਿਹੜਾ ਉਹ ਨਹੀਂ ਹੁੰਦਾ, ਇਹ ਵੀ ਗੱਲ ਤੁਸੀਂ ਯਾਦ ਰੱਖੋਗੇ। ਹੋਰ ਸੁਣ ਲਓ ਜੀ ਕੈਗ ਪਿਆ ਜੀ ਆਪਸ਼ਨ ਦੇ ਵਿੱਚ। ਕੈਗ ਦਾ ਜਿਹੜਾ ਆਰਟੀਕਲ ਆ ਉਹ ਤੁਸੀਂ ਕਿਵੇਂ ਪੜ੍ਹਨਾ ਜੀ ਆਰਟੀਕਲ 148 ਤੋਂ 151 ਕੈਗ ਦੀ ਗੱਲ ਕਰਦਾ। ਕੈਗ ਆਪਦੀ ਜਿਹੜੀ ਰਿਪੋਰਟ ਹੈ ਜੀ ਉਹ ਕਿਹਨੂੰ ਦਿੰਦਾ ਪ੍ਰੈਜ਼ੀਡੈਂਟ ਨੂੰ ਦਿੰਦਾ। ਕਿਉਂਕਿ ਪ੍ਰੈਜ਼ੀਡੈਂਟ ਹੀ ਹੈ ਜਿਹੜਾ ਉਹ ਕੀ ਕਰਦਾ ਹੈ ਕੈਗ ਨੂੰ ਅਪੋਇੰਟ ਕਰਦਾ ਹੈ। ਕੈਗ ਦੀ ਜਿਹੜੀ ਉਮਰ ਹੁੰਦੀ ਹੈ ਉਹ ਕਿੰਨੀ ਹੁੰਦੀ ਹੈ ਜੀ 60 ਈਅਰਸ ਜਾਂ 65 ਈਅਰਸ ਤੱਕ ਹੈ ਜਿਹੜੇ ਰਹਿ ਸਕਦੇ ਨੇ ਕੈਗ, ਠੀਕ ਹੈ। ਕੈਗ ਹੈ ਹੋਰ ਤੁਹਾਨੂੰ ਦੱਸ ਦਿੰਦਾ ਕੈਗ ਦੇ ਬਾਰੇ। ਇਹ ਗਾਰਡੀਅਨ ਹੁੰਦੇ ਨੇ ਜੀ ਪਬਲਿਕ ਦੇ ਪੈਸੇ ਦੀ ਅਤੇ ਮਨੀ ਦੀ, ਠੀਕ ਹੈ ਜੀ। ਕੈਗ ਨੇ ਜਿਹੜੇ ਉਹ ਘਟਾਲਾ ਕੱਢਦੇ ਹੁੰਦੇ ਨੇ, ਠੀਕ ਹੈ ਜੀ ਗੱਲ। ਅਤੇ ਹੋਰ ਕੀ ਹੈ ਜੀ ਪਹਿਲੇ ਕੈਗ ਕੌਣ ਸੀਗੇ ਨਰਹਾਰੀ ਰਾਓ ਸੀਗੇ, ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਐਟ ਪ੍ਰੈਜ਼ੈਂਟ ਕੈਗ ਨੇ ਜਿਹੜੇ ਉਹ ਕੌਣ ਨੇ ਜੀ ਸ਼ਾਇਦ GC ਚਿੰਤਲੂ ਨੇ ਜੀ, ਠੀਕ ਹੈ। ਯਾਦ ਰੱਖਿਓ ਪੇਪਰ 'ਚ ਪੁੱਛ ਸਕਦੇ ਨੇ। ਹੋਰ ਮੈਂ ਕੈਗ ਦੇ ਬਾਰੇ ਤੁਹਾਨੂੰ ਕੀ ਦੱਸ ਸਕਦਾ ਜੀ, ਬਸ ਇੰਨੀ ਕੁ ਇਨਫੋਰਮੇਸ਼ਨ ਕਾਫੀ ਹੈ। ਤਾਂ ਇੱਥੇ ਹੀ ਆਪਾਂ ਆਪਣੀ ਵੀਡੀਓ ਦਾ ਕੀ ਕਰਦੇ ਹਾਂ ਜੀ ਅੰਤ ਕਰਦੇ ਹਾਂ। ਜੇਕਰ ਸੈਸ਼ਨ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਕਰਨਾ ਨਾ ਭੁੱਲਿਆ ਕਰੋ, ਸ਼ੇਅਰ ਕਰਨਾ ਨਾ ਭੁੱਲਿਆ ਕਰੋ ਅਤੇ ਕੌਮੈਂਟ ਕਰਕੇ ਆਪਣੀ ਰਾਏ ਦਿਆ ਕਰੋ ਕਿ ਤੁਹਾਨੂੰ ਹੋਰ ਕੀ ਜ਼ਿਆਦਾ ਮਤਲਬ ਜਿਹੜਾ ਤਰੀਕਾ ਹੈ ਉਹ ਹੋਰ ਬੈਟਰ ਕਰ ਸਕਦੇ ਹਾਂ, ਹੋਰ ਇਨਫੋਰਮੇਸ਼ਨ ਦੱਸਿਆ ਕਰਾਂ ਕਿ ਮਤਲਬ ਤਾਂ ਆਪਣੀ ਰਾਏ ਹੈ ਜਿਹੜੀ ਉਹ ਦੇਣੀ ਜ਼ਰੂਰ ਲਾਜ਼ਮੀ ਹੈ ਤੁਸੀਂ। ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।